ਤੁਹਾਨੂੰ ਪਤਾ ਕਿਸਾਨਾਂ 'ਚ ਗੁੱਸਾ ਇਸ ਗੱਲ ਨੂੰ ਲੈ ਕੇ ਤਾਂ ਤੁਸੀਂ ਵਾਰ-ਵਾਰ ਇਸ ਤਰ੍ਹਾਂ ਦੇ ਹਾਲਾਤ ਕਿਉਂ ਪੈਦਾ ਕਰ ਰਹੇ? ਇਹਦਾ ਮਤਲਬ ਸੋਚੀ ਸਮਝੀ ਇੱਕ ਰਣਨੀਤੀ ਵੀ ਹੈ ਕਿ ਕੀਤਾ ਜਾਵੇ, ਵੱਧ ਤੋਂ ਵੱਧ ਕਨਫੈਡਰੇਸ਼ਨ ਪੈਦਾ ਕਰੋ ਤਾਂ ਕਿ ਹਾਲਾਤ ਇਸ ਤਰ੍ਹਾਂ ਦੇ ਬਣ ਜਾਣ। ਕੌਣ ਲੋਕ ਸੀਗੇ ਉਹ? ਕਿੰਨਾਂ ਨੇ ਹਰਮੰਦਰ ਸਾਹਿਬ ਦਾ ਮਾਡਲ ਤੋੜਿਆ ਸੀ? ਹਿਸਟਰੀ ਕੱਢ ਕੇ ਦੇਖ ਲਓ। ਇਸ ਕਰਕੇ ਬੀਜੇਪੀ ਨੂੰ ਇਹ ਸਮਝਣ ਦੀ ਲੋੜ ਆ, ਬੀਜੇਪੀ ਦੇ ਲੀਡਰ ਸੀ ਉਹ, ਬੀਜੇਪੀ ਨੂੰ ਇਹ ਸਮਝਣ ਦੀ ਲੋੜ ਆ ਕਿ ਇਸ ਤਰ੍ਹਾਂ ਦੀ ਰਾਜਨੀਤੀ ਪੰਜਾਬ 'ਚ ਨਹੀਂ ਚੱਲਣੀ, ਇਸ ਤਰ੍ਹਾਂ ਦੀ ਰਾਜਨੀਤੀ ਨਹੀਂ ਕਰਨੀ ਚਾਹੀਦੀ। ਤੁਹਾਡਾ ਹੱਕ ਆ, ਡੈਮੋਕ੍ਰੇਸੀ ਆ, ਔਰ ਅਸੀਂ ਵਾਰ-ਵਾਰ ਕਿਸਾਨਾਂ ਨੂੰ ਵੀ ਕਹਿੰਦੇ ਆਂਗੇ ਕਿ ਵਿਰੋਧ ਦਾ ਤਰੀਕਾ ਠੀਕ ਰੱਖੋ। ਗੋਲੀ ਮਾਰ ਦਿਓ ਜੀ ਕਿਸਾਨਾਂ ਦੇ, ਜਦੋਂ ਆਉਂਦੇ ਨੇ ਗੋਲੀ ਚਲਾਓ ਇਹਨਾਂ ਦੇ ਉੱਤੇ, ਤਾਂ ਗੋਲੀ ਚਲਾ ਦਿਓ, ਫਿਰ ਉਦੋਂ ਦੇ ਗੋਲੀ ਚਲਾਉਣ ਦੀ ਬੀਜੇਪੀ ਉੱਥੇ ਕੀ ਹਾਲਾਤ ਹੈਗੇ ਨੇ? ਗੋਲੀ ਚਲਾਏਗੀ, ਇੰਟਰਨੈਸ਼ਨਲ ਮੁੱਦਾ ਬਣੇਗਾ। ਮੋਦੀ ਦੀ ਇਸ ਟਾਈਮ ਆਲੋਚਨਾ ਕਿਸ ਗੱਲ ਦੇ ਉੱਤੇ ਹੋ ਰਹੀ? ਦੋ ਗੱਲਾਂ ਤੇ ਵੱਡੀ, ਸਟੇਨ ਸਵਾਮੀ ਦੇ ਉੱਤੇ ਪੂਰਾ ਇੰਟਰਨੈਸ਼ਨਲ ਮੀਡੀਆ ਲਿਖ ਰਿਹਾ ਹੈਗਾ। 20 ਸਾਲਾਂ ਦੇ ਅੰਦਰ ਕਦੇ ਕਾਂਗਰਸ ਨੇ ਕਿਹਾ ਡਟ ਕੇ ਕਿ ਅਸੀਂ ਬਹੁਤ ਵਧੀਆ ਕੀਤਾ ਦਰਬਾਰ ਸਾਹਿਬ ਤੇ ਅਟੈਕ ਕਰਕੇ? ਮਾਫੀਆਂ ਮੰਗਣੀਆਂ ਪਈਆਂ ਕਾਂਗਰਸ ਨੂੰ। ਇੱਕ ਵੀ ਕਾਂਗਰਸੀ ਕੋਈ ਕਹਿ ਸਕਦਾ ਅਸੀਂ ਬਹੁਤ ਵਧੀਆ ਕੀਤਾ ਦਰਬਾਰ ਸਾਹਿਬ ਤੇ ਅਟੈਕ ਕਰਕੇ? ਕਿਉਂ ਨਹੀਂ ਨੈਰੇਟਿਵ ਬਣਿਆ? ਸੱਚ ਕੀ ਹੁੰਦਾ, ਝੂਠ ਕੀ ਹੁੰਦਾ, ਉਹ ਨਿੱਤਰ ਕੇ ਆ ਜਾਂਦਾ। ਇਹੀ ਬੀਜੇਪੀ ਉਸੇ ਗੱਲ ਦੀ ਆਲੋਚਨਾ ਕਰਦੀ ਹੈ, ਇਹੀ ਬੀਜੇਪੀ ਐਮਰਜੈਂਸੀ ਦੀ ਆਲੋਚਨਾ ਕਰਦੀ ਹੈ, ਇਹੀ ਬੀਜੇਪੀ ਕਾਂਗਰਸ ਦੇ ਗਵਰਨਰ ਰਾਜਾਂ ਦੀ ਆਲੋਚਨਾ ਕਰਦੀ ਹੈ। ਪਰ ਕਿਹੜੇ ਰਾਹ ਚੱਲੀ ਹੋਈ ਹੈ? ਪਾਣੀਆਂ ਦਾ ਮਸਲਾ ਸੀ, ਉਹ ਕੋਈ ਹਿੰਦੂ ਸਿੱਖ ਮਸਲਾ ਸੀ? ਨਹੀਂ ਸੀ। ਅਨੰਦਪੁਰ ਦੇ ਮੱਥੇ 'ਚ ਕਿੰਨੀਆਂ ਆਈਆਂ ਗੱਲਾਂ ਸੀ ਜਿਹੜੇ ਪੰਜਾਬ ਦੇ ਇਸ਼ੂ ਸੀਗੇ। ਪੰਜਾਬ ਦੇ ਇਸ਼ੂਆਂ ਦੇ ਉੱਤੇ ਉਦੋਂ ਕੋਈ ਹਿੰਦੂ ਲੀਡਰ ਇੰਨਾ ਖੁੱਲ੍ਹ ਕੇ ਨਹੀਂ ਬੋਲਿਆ। ਅੱਜ ਵਧੀਆ ਗੱਲ ਆ, ਮੈਂ ਇਹ ਗੱਲ ਕਹੂੰਗਾ ਕਿ ਅਨਿਲ ਜੋਸ਼ੀ ਨੂੰ ਇਹ ਸਿਹਰਾ ਵੱਜਦਾ ਗਾ। ਅਨਿਲ ਜੋਸ਼ੀ ਦਾ ਕਿਸਾਨ ਜਥੇਬੰਦੀਆਂ ਨੇ ਵੀ ਕਿਹਾ ਉੱਥੇ ਆਓ, ਐਪਰੀਸ਼ੀਏਟ ਕਰਨਾ ਵੀ ਚਾਹੀਦਾ ਕਿਸਾਨਾਂ ਨੂੰ। ਅਨਿਲ ਜੋਸ਼ੀ ਨੇ ਸੱਚ ਨੂੰ ਸੱਚ ਕਿਹਾ, ਝੂਠ ਨੂੰ ਝੂਠ ਕਿਹਾ। ਕਪੂਰੀ ਦੇ ਮੋਰਚੇ ਤੋਂ ਲੈ ਕੇ ਧਰਮ ਯੁੱਧ ਮੋਰਚੇ ਦੇ ਰਾਹ 'ਚ ਜਾਂ ਨਿਰੰਕਾਰੀ ਕਾਂਡ ਤੋਂ ਲੈ ਕੇ ਅਫਸਰ ਕਹਿ ਰਹੇ ਨੇ ਹੁਣ ਤਾਂ ਜੇ ਜਸਟਿਸ ਮਿਲਿਆ ਹੁੰਦਾ ਇਹ ਗੱਲ ਨਾ ਹੁੰਦੀ। ਜੇ ਉਦੋਂ ਸਹੀ ਲੀਡਰਸ਼ਿਪ ਨੇ ਸਹੀ ਤਰੀਕੇ ਨਾਲ ਇੰਟਰਵੈਂਸ਼ਨ ਕੀਤਾ ਹੁੰਦਾ, ਅੱਜ ਪੰਜਾਬ ਦਾ ਉਹ ਹਾਲ ਨਾ ਹੁੰਦਾ ਜੋ ਉਦੋਂ ਹੋਇਆਗਾ। ਅੱਜ ਵੀ ਇਹਨਾਂ ਨੂੰ ਚਾਹੀਦਾ, ਅੱਜ ਵੀ ਅਨਿਲ ਜੋਸ਼ੀ ਵਰਗਾ ਜੇਰਾ ਹੋਰ ਲੀਡਰਾਂ ਨੂੰ ਵੀ ਦਿਖਾਉਣਾ ਚਾਹੀਦਾ। ਅਨਿਲ ਜੋਸ਼ੀ ਮੈਂ ਉਹਨਾਂ ਨੂੰ ਪਰਸਨਲੀ ਵੀ ਕਿਹਾ ਸੀਗਾ, ਆਪਾਂ ਲੀਡਰਾਂ ਦੀ ਹਮੇਸ਼ਾ ਆਲੋਚਨਾ ਕਰਦੇ ਹਾਂ, ਬੀਜੇਪੀ ਦੀ ਕਰਦੇ ਹਾਂ, ਕਾਂਗਰਸ ਦੀ ਕਰਦੇ ਹਾਂ, ਅਕਾਲੀਆਂ ਦੀ ਕਰਦੇ ਹਾਂ, ਆਪ ਦੀ ਕਰਦੇ ਹਾਂ, ਸਭ ਦੀ ਕਰਦੇ ਹਾਂ। ਪੋਲੀਟੀਕਲ ਪਾਰਟੀਆਂ ਦੀ ਚਮਚਾਗਿਰੀ ਕਰਨਾ ਸਾਡਾ ਕੰਮ ਨਹੀਂ ਹੈਗਾ। ਪਰ ਜੇ ਕੋਈ ਸੱਚੀਓ ਵਧੀਆ ਸਟੈਂਡ ਲੈਂਦਾ, ਮੈਂ ਕਿਹਾ ਸੀ ਅਨਿਲ ਜੋਸ਼ੀ ਸਾਹਿਬ ਤੁਹਾਡੇ ਲਈ ਇਤਿਹਾਸ ਦੇ ਇੱਕ ਪੰਨਾ ਤਿਆਰ ਹੋ ਚੁੱਕਿਆ। ਇੱਕ ਚੈਪਟਰ ਦੇ ਇੱਕ ਪੰਨੇ 'ਚ ਅਨਿਲ ਜੋਸ਼ੀ ਵੀ ਲਿਖਿਆ ਜਾਊਗਾ, ਇੱਕ ਚੈਪਟਰ ਅਨਿਲ ਜੋਸ਼ੀ ਦਾ ਵੀ ਲਿਖਿਆ ਜਾਊਗਾ। ਤਾਂ ਬੀਜੇਪੀ ਨੂੰ ਇਹ ਨਹੀਂ ਦਿੰਦਾ, ਜਿਹੜੀ ਬੀਜੇਪੀ ਬਹੁਤ ਵੱਡੀਆਂ ਗੱਲਾਂ ਅਧਿਆਤਮ ਦੀਆਂ ਕਰਦੀ ਹੈ, ਵਸੂਦੇਵ ਕੁਟੁੰਬਕਮ ਦੀ ਗੱਲ ਕਰਦੀ ਹੈ, ਵੱਡੇ ਵੱਡੇ ਫਲਸਫਿਆਂ ਦੀ ਗੱਲ ਕਰਦੀ ਹੈ, ਵਿਵੇਕਾਨੰਦ ਦੀ ਗੱਲ ਕਰਦੀ ਹੈ। ਹਿੰਦੂ ਸਿੱਖ ਕਤਲੇਆਮ ਕਰਾਉਣਾ ਚਾਹੁੰਦੇ ਸੀ। ਇਸ ਤਰ੍ਹਾਂ ਦੀਆਂ ਬਹੁਤ ਵਾਰ ਇਹਨਾਂ ਨੇ ਰਣਨੀਤੀਆਂ ਘੜੀਆਂ ਪਰ ਕਾਮਯਾਬ ਨਹੀਂ ਹੋਏ, ਕਿਉਂਕਿ ਉੱਥੇ ਉਹ ਦਰਵੇਸ਼ ਲੋਕ ਬੈਠੇ ਨੇ। ਕੁਦਰਤ ਵੀ ਕੋਈ ਚੀਜ਼ ਹੁੰਦੀ ਹੈ ਨਾ, ਕੁਦਰਤ ਤੋਂ ਵੱਡਾ ਦੁਨੀਆ, ਕੁਦਰਤ ਵੀ ਤਾਂ ਸਾਥ ਦਿੰਦੀ ਹੈ ਨਾ। ਉਹ ਦਰਵੇਸ਼ ਲੋਕਾਂ ਦੇ ਉੱਤੇ ਜ਼ੁਲਮ ਢਾਓਗੇ, ਕੀ ਤੁਹਾਨੂੰ ਜਵਾਬ ਮਿਲੇਗਾ? ਯੋਧੇ ਵੀ ਨੇ ਤੇ ਦਰਵੇਸ਼ ਵੀ ਨੇ। ਜੋ ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ ਸੀ, ਸੰਤ ਵੀ ਤੇ ਸਿਪਾਹੀ ਵੀ ਨੇ। ਉਹ ਸੰਤ ਵੀ ਨੇ ਸਾਰੇ, ਪਰ ਸਿਪਾਹੀ ਵੀ ਨੇ। ਉਹ ਯੋਧੇ ਵੀ ਨੇ ਤੇ ਦਰਵੇਸ਼ ਵੀ ਨੇ। ਜਦੋਂ ਬੈਠੇ ਨੇ ਦਰਵੇਸ਼ ਨੇ, ਜਦੋਂ ਉਹਨਾਂ ਨੂੰ ਫਿਰ ਧੱਕਾ ਕਰਨਗੇ ਤਾਂ ਉਹ ਵੀ ਲੜਨਾ ਜਾਣਦੇ। ਇਸ ਸਿਚੁਏਸ਼ਨ ਬਣਨੀ ਨਹੀਂ ਚਾਹੀਦੀ। ਇਸੇ ਮੁਲਕ ਦੇ ਅਸੀਂ ਵਾਰ-ਵਾਰ ਕਹਿੰਦੇ ਹਾਂ, ਤੁਹਾਡੇ ਬਸ਼ਿੰਦੇ ਨੇ, ਤੁਹਾਨੂੰ ਪਿਆਰ ਕਰਨ ਵਾਲੇ, ਇਸ ਦੇਸ਼ ਦੇ ਲਈ ਬਹੁਤ ਕੰਟਰੀਬਿਊਟ ਕੀਤਾ। ਐਗਰੀਕਲਚਰ ਦੇ ਲਈ ਗ੍ਰੀਨ ਰੈਵੋਲੂਸ਼ਨ ਤੋਂ ਲੈ ਕੇ ਕੀ ਨਹੀਂ ਕੀਤਾ ਪੰਜਾਬ ਨੇ। ਕੀ ਬੀਜੇਪੀ ਕਿਸਾਨੀ ਅੰਦੋਲਨ ਦੇ ਖਿਲਾਫ ਸਾਜ਼ਿਸ਼ ਕਰ ਰਹੀ ਹੈ? ਕਦੇ ਕਿਹਾ ਜਾ ਰਿਹਾ ਕਿ ਕਿਸਾਨਾਂ ਤੇ ਗੋਲੀ ਚਲਾ ਦਿਓ, ਕਦੇ ਯੋਗੀ ਦੇ ਵੱਲੋਂ ਕਿਹਾ ਜਾ ਰਿਹਾ ਕਿ ਅੰਦੋਲਨ ਖਤਮ ਹੋ ਗਿਆ। ਕੀ ਕਰਨਾ ਚਾਹੁੰਦੀ ਹੈ ਬੀਜੇਪੀ? ਕਿਸ ਤਰ੍ਹਾਂ ਦੀਆਂ ਸਾਜ਼ਿਸ਼ਾਂ ਕਰ ਰਹੀ ਹੈ? ਇਸੇ ਹੀ ਗੱਲ ਨੂੰ ਡੀਕੋਡ ਕਰਾਂਗੇ ਪ੍ਰੋਗਰਾਮ ਰਾਜਨੀਤੀ ਡੀਕੋਡ ਦੇ ਵਿੱਚ ਯਾਦਵਿੰਦਰ ਸਿੰਘ ਦੇ ਨਾਲ। ਯਾਦਵਿੰਦਰ ਜੀ, ਜਿਸ ਤਰ੍ਹਾਂ ਯੋਗੀ ਦੇ ਵੱਲੋਂ ਕਿਹਾ ਗਿਆ ਕਿ ਅੰਦੋਲਨ ਖਤਮ ਹੋ ਗਿਆ, ਘਰਾਂ ਨੂੰ ਚਲੇ ਜਾਓ, ਕੀ ਤੁਹਾਨੂੰ ਕੀ ਲੱਗਦਾ ਇਸ ਦੇ ਬਾਰੇ? ਦੇਖੋ, ਯੋਗੀ ਨੇ ਇਕੱਲਾ ਨਹੀਂ ਕਿਹਾ, ਇੱਥੇ ਪੰਜਾਬ ਦੇ ਅੰਦਰ ਵੀ ਜਿਸ ਤਰ੍ਹਾਂ ਦੀ ਸਿਚੁਏਸ਼ਨ ਅਸੀਂ ਦੇਖ ਰਹੇ ਹਾਂ, ਦਰਅਸਲ ਇਹਨਾਂ ਨੂੰ ਬਹੁਤ ਵੱਡੇ ਪੱਧਰ ਦੇ ਉੱਤੇ, ਚਾਹੇ ਉਹ ਦੇਸ਼ ਦੀਆਂ ਏਜੰਸੀਆਂ ਨੇ, ਚਾਹੇ ਪੰਜਾਬ ਪੁਲਿਸ ਆ, ਇਹਨਾਂ ਨੇ ਬਹੁਤ ਵੱਡੇ ਪੱਧਰ 'ਤੇ ਇਹਨਾਂ ਨੂੰ ਹਮੇਸ਼ਾ ਕਿਹਾ ਕਿ ਤੁਸੀਂ ਇਹਨਾਂ ਗੱਲਾਂ 'ਚ ਨਾ ਜਾਓ। ਜਿਹੜੀ ਕਨਫਰੰਟੇਸ਼ਨ ਦੀ ਪੋਲੀਟਿਕਸ ਆ, ਜਿਹੜੀ ਕੰਟਰਾਡਿਕਸ਼ਨ ਦੀ ਪੋਲੀਟਿਕਸ ਆ, ਯਾਨੀ ਵਿਰੋਧ ਦੀ ਜਿਹੜੀ ਰਾਜਨੀਤੀ ਹੈ, ਉਹ ਨਹੀਂ ਹੋਣੀ ਚਾਹੀਦੀ। ਇਸ ਤਰ੍ਹਾਂ ਦੀ ਸਲਾਹ ਸ਼ੁਰੂ ਤੋਂ ਬਹੁਤ ਸਾਰੀਆਂ ਏਜੰਸੀਆਂ, ਪੰਜਾਬ ਦੀ CID, ਪੰਜਾਬ ਪੁਲਿਸ ਲਗਾਤਾਰ ਇਹਨਾਂ ਨੂੰ ਦੇ ਰਹੀ ਹੈ। ਇਹਨਾਂ ਨੂੰ ਵੀ ਪਤਾ ਕਿ ਜੇ ਅਸੀਂ ਜਾਵਾਂਗੇ ਸਾਡਾ ਵਿਰੋਧ ਹੋ ਰਿਹਾ ਹੈਗਾ, ਤਾਂ ਘੱਟੋ ਘੱਟ ਵਿਰੋਧ ਜਦੋਂ ਹੋ ਰਿਹਾ ਹੈਗਾ ਤਾਂ ਇਹਨਾਂ ਨੂੰ ਇਹ ਵਧਾਉਣਾ ਨਹੀਂ ਚਾਹੀਦਾ। ਇਹਦਾ ਮਤਲਬ ਇਹ ਜਾਣਬੁੱਝ ਕੇ ਵਧਾ ਰਹੇ ਨੇ। ਇਹਦਾ ਮਤਲਬ ਬੀਜੇਪੀ ਜਾਣਬੁੱਝ ਕੇ ਵਧਾ ਰਹੀ ਹੈ। ਹਾਲਾਂਕਿ ਅਸੀਂ ਇਸ ਗੱਲ ਦੇ ਹਾਮੀ ਨਹੀਂ ਆ ਕਿ ਕਿਸੇ ਬੀਜੇਪੀ ਦੇ ਲੀਡਰ ਨੂੰ ਕੁੱਟਿਆ ਜਾਵੇ, ਮਾਰਿਆ ਜਾਵੇ ਜਾਂ ਘੇਰ ਕੇ ਨੇ ਘੰਟੇ ਬਿਠਾਇਆ ਜਾਵੇ। ਨਹੀਂ ਕਰਨਾ ਚਾਹੀਦਾ। ਸੰਕੇਤਕ ਵਿਰੋਧ ਹੋਣਾ ਚਾਹੀਦਾ। ਇਹ ਕਿਸਾਨ ਅੰਦੋਲਨ ਦੇ ਨੁਕਸਾਨ 'ਚ ਹੈ ਕਿ ਅਗਰ ਇਸ ਤਰ੍ਹਾਂ ਦਾ ਕਿਸਾਨ ਅੰਦੋਲਨ ਕਰੇਗਾ, ਕਿਸੇ ਵੀ ਡੈਮੋਕ੍ਰੇਸੀ 'ਚ ਸ਼ਾਂਤਮਈ ਪ੍ਰੋਟੈਸਟ ਹੋਣਾ ਚਾਹੀਦਾ ਗਾ, ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ। ਪਰ ਬੀਜੇਪੀ ਕੀ ਕਰ ਰਹੀ ਹੈ? ਕਿਸਾਨ ਵਿਕਟਮ ਨੇ ਜਾਂ ਬੀਜੇਪੀ ਵਿਕਟਮ ਆ?
ਕਿਸਾਨ ਵਿਕਟਮ ਨੇ, ਨਾ ਕਿ ਬੀਜੇਪੀ ਵਿਕਟਮ ਆ। ਤਾਂ ਕਿਸਾਨ ਆਪਣੇ ਦੇਸ਼ ਦੇ ਅੰਦਰ ਆਪਣੀ ਇੱਕ ਗੱਲ ਰੱਖ ਰਹੇ ਨੇ, ਆਪਣਾ ਇੱਕ ਸੰਕੇਤਕ ਵਿਰੋਧ ਕਰ ਰਹੇ ਨੇ। ਬੀਜੇਪੀ ਜਾਣ ਬੁੱਝ ਕੇ ਇਸ ਤਰ੍ਹਾਂ ਦੀ ਕੰਟਰਾਡਿਕਸ਼ਨ ਦੀ ਰਾਜਨੀਤੀ ਜੇ ਤੁਸੀਂ ਦੇਖੋਗੇ, ਚਾਹੇ ਉਹ ਰਾਜਪੁਰੇ ਆ ਚਾਹੇ ਬਾਕੀ ਥਾਵਾਂ ਤੇ ਆ, ਜਦੋਂ ਤੁਹਾਨੂੰ ਪਤਾ ਕਿਸਾਨਾਂ 'ਚ ਗੁੱਸਾ ਇਸ ਗੱਲ ਨੂੰ ਲੈ ਕੇ, ਤਾਂ ਤੁਸੀਂ ਵਾਰ-ਵਾਰ ਇਸ ਤਰ੍ਹਾਂ ਦੇ ਹਾਲਾਤ ਕਿਉਂ ਪੈਦਾ ਕਰ ਰਹੇ? ਇਹਦਾ ਮਤਲਬ ਸੋਚੀ ਸਮਝੀ ਇੱਕ ਰਣਨੀਤੀ ਵੀ ਹੈ ਕਿ ਕੀਤਾ ਜਾਵੇ, ਵੱਧ ਤੋਂ ਵੱਧ ਕਨਫੈਡਰੇਸ਼ਨ ਪੈਦਾ ਕਰੋ ਤਾਂ ਕਿ ਹਾਲਾਤ ਇਸ ਤਰ੍ਹਾਂ ਦੇ ਬਣ ਜਾਣ, ਕੇਂਦਰ ਸਰਕਾਰ ਇਹ 'ਚ ਇੰਟਰਵੈਂਸ਼ਨ ਕਰ ਸਕੇ, ਕੇਂਦਰ ਸਰਕਾਰ ਕਿਸਾਨਾਂ ਨੂੰ ਬਦਨਾਮ ਕਰ ਸਕੇ, ਬੀਜੇਪੀ ਕਿਸਾਨਾਂ ਨੂੰ ਬਦਨਾਮ ਕਰ ਸਕੇ। ਕਿਉਂਕਿ ਕਿਸਾਨ ਅੰਦੋਲਨ ਇਹ ਤਾਂ ਹੈ ਨਹੀਂ ਕਿ ਹਰ ਕਿਸਾਨ ਬਹੁਤ ਆਰਗੇਨਾਈਜ਼ਡ ਆ, ਹਰ ਕਿਸਾਨ ਨੂੰ ਪਤਾ ਕਿ ਸੰਯੁਕਤ ਮੋਰਚਾ ਕੀ ਕਹਿੰਦਾ ਜਾਂ ਉਹਦੇ ਲੀਡਰ ਕੀ ਕਹਿੰਦੇ ਆ। ਉਹ ਤਾਂ ਆਮ ਕਿਸਾਨ ਨੇ ਵਿਚਾਰੇ ਪਿੰਡਾਂ ਦੇ, ਵਿਰੋਧ ਕਰਨ ਦਾ ਤਰੀਕਾ ਹਰ ਨੂੰ ਨਹੀਂ ਪਤਾ ਹੁੰਦਾ, ਆਪਣੇ ਤਰੀਕੇ ਨਾਲ ਗੁੱਸਾ ਉਹਨਾਂ ਦੇ ਮਨ 'ਚ, ਤੇ ਗੁੱਸੇ 'ਚੋਂ ਵਿਰੋਧ ਕਰਦੇ ਨੇ। ਇਸ ਕਰਕੇ ਜਿਹੜੀ ਇਹ ਬੀਜੇਪੀ ਦੀ ਇਹ ਪੋਲਿਟਿਕਸ ਆ, ਇਹਦੇ ਤੇ ਬਹੁਤ ਸਾਰੀਆਂ ਰਾਇਆਂ ਦਿੱਤੀਆਂ ਜਾ ਚੁੱਕੀਆਂ ਨੇ, ਵੱਖ-ਵੱਖ ਏਜੰਸੀਆਂ ਨੇ ਵੀ ਇਹਨਾਂ ਨੂੰ ਕਿਹਾ ਹੈਗਾ, ਯਾਨੀ ਜਿਹੜੀਆਂ ਵੀ ਲੀਡਰਾਂ ਦੇ ਨਾਲ ਇਨ ਟੱਚ ਹੁੰਦੀਆਂ, ਪੰਜਾਬ ਪੁਲਿਸ ਆ, ਪੰਜਾਬ ਪੁਲਿਸ ਨੇ ਵੀ ਇਹਨਾਂ ਨੂੰ ਕਿਹਾ ਹੈਗਾ ਕਿ ਭਾਈ ਇਸ ਤਰ੍ਹਾਂ ਦੀ ਗੱਲ ਨਾ ਕਰੋ, ਕੱਲ੍ਹ ਨੂੰ ਕੋਈ ਵੱਡੀ ਗੱਲ ਹੋਊਗੀ, ਸਾਡੇ ਲਈ ਵੀ ਕੋਈ ਪੰਗਾ ਖੜਾ ਹੋਏਗਾ, ਤੁਸੀਂ ਇਸ ਤਰ੍ਹਾਂ ਨਾ ਜਾਓ, ਇਹ ਵਿਰੋਧ ਕਰੋ। ਅਗਰ ਤੁਸੀਂ ਕੰਮ ਕਰਨਾ ਆਪਣੇ ਤਰੀਕੇ ਨਾਲ ਕੰਮ ਕਰਦੇ ਰਹੋ ਜਦੋਂ ਤੱਕ ਮਸਲਾ ਹੱਲ ਨਹੀਂ ਹੁੰਦਾ ਹੈਗਾ। ਤੇ ਇਸ ਤਰ੍ਹਾਂ ਦੀ ਜਿਹੜੀ ਰਾਜਨੀਤੀ ਹੈ ਉਹਦੇ 'ਚੋਂ ਪਹਿਲਾਂ ਵੀ ਆਪਾਂ ਦੇਖਿਆ ਪੰਜਾਬ ਦੇ ਅੰਦਰ ਬਹੁਤ ਸਾਰਾ ਕੁਝ ਹੋਇਆ ਹੋਇਆ, ਪਹਿਲਾਂ ਵੀ ਇਸ ਤਰ੍ਹਾਂ ਦੀ ਰਾਜਨੀਤੀ 'ਚੋਂ ਕੁਝ ਹੋਰ ਨਿਕਲ ਆਉਂਦਾ ਹੁੰਦਾ। ਇਸ ਕਰਕੇ ਬੀਜੇਪੀ ਨੂੰ ਚਾਹੀਦਾ ਇਹ ਸਾਜ਼ਿਸ਼ਾਂ ਬੰਦ ਕਰੇ, ਯਾਨੀ ਇਹ ਤੈਅ ਕਰਕੇ ਕੀਤਾ ਜਾ ਰਿਹਾ। ਔਰ ਅਸੀਂ ਵਾਰ-ਵਾਰ ਇਹ ਗੱਲ ਕਹਿ ਰਹੇ ਹਾਂ, ਬੀਜੇਪੀ ਦੇ ਕਿਸੇ ਲੀਡਰ ਨੂੰ ਕੁੱਟਣਾ, ਮਾਰਨਾ ਜਾਂ ਉਹਨੂੰ ਘੰਟਿਆਂ ਬੱਧੀ ਕੈਦ ਕਰਨ ਦਾ ਵੀ ਕੋਈ ਤਰੀਕਾ ਠੀਕ ਨਹੀਂ ਆ। ਗੁੱਸਾ ਹੈਗਾ ਉਹਨੂੰ ਜ਼ਾਹਰ ਕਰੋ, ਸ਼ਾਂਤਮਈ ਤਰੀਕੇ ਨਾਲ ਕਰੋ, ਪਰ ਨਾਲ ਦੀ ਨਾਲ ਹੀ ਬੀਜੇਪੀ ਨੂੰ ਵੀ ਇਹਨਾਂ ਸਾਜ਼ਿਸ਼ਾਂ ਤੋਂ ਬਾਜ਼ ਆਉਣਾ ਚਾਹੀਦਾ ਤੇ ਸੈਂਟਰ ਸਰਕਾਰ ਨੂੰ ਇਸ ਮਸਲੇ ਦਾ ਕੋਈ ਹੱਲ ਕੱਢਣਾ ਚਾਹੀਦਾ, ਨਾ ਕਿ ਜਿੱਧਰ ਨੂੰ ਪੰਜਾਬ ਨੂੰ ਤੋਰਿਆ ਜਾ ਰਿਹਾ। ਤੁਸੀਂ ਪਹਿਲਾਂ ਦੇਖੋਗੇ ਜਦੋਂ ਪੰਜਾਬ ਦੇ ਅੰਦਰ ਖਾੜਕੂਵਾਦ ਦੇ ਦੌਰ ਤੋਂ ਪਹਿਲਾਂ ਕੀ ਹੋ ਰਿਹਾ ਸੀ ਅੰਮ੍ਰਿਤਸਰ 'ਚ, ਕੌਣ ਲੋਕ ਸੀਗੇ ਜਿਹੜੇ ਸਿਗਟਾਂ ਲਾ ਕੇ, ਕਿਸੇ ਡੰਡਿਆਂ ਦੇ ਉੱਤੇ ਬੀੜੀਆਂ ਲਾ ਕੇ ਮਾਰਚ ਕੱਢ ਰਹੇ ਸੀ, ਜਦੋਂ ਕਿ ਸਿੱਖ ਇਹ ਮੰਗ ਕਰ ਰਹੇ ਸੀ ਕਿ ਪਵਿੱਤਰ ਸ਼ਹਿਰ ਦਾ ਦਰਜਾ ਦਿਓ ਹਰਿਮੰਦਰ ਸਾਹਿਬ ਨੂੰ। ਕੌਣ ਲੋਕ ਸੀਗੇ ਉਹ? ਕਿੰਨਾਂ ਨੇ ਹਰਿਮੰਦਰ ਸਾਹਿਬ ਦਾ ਮਾਡਲ ਤੋੜਿਆ ਸੀ? ਹਿਸਟਰੀ ਕੱਢ ਕੇ ਦੇਖ ਲਓ। ਇਸ ਕਰਕੇ ਬੀਜੇਪੀ ਨੂੰ ਇਹ ਸਮਝਣ ਦੀ ਲੋੜ ਆ, ਬੀਜੇਪੀ ਦੇ ਲੀਡਰ ਸੀ ਉਹ, ਬੀਜੇਪੀ ਨੂੰ ਇਹ ਸਮਝਣ ਦੀ ਲੋੜ ਆ ਕਿ ਇਸ ਤਰ੍ਹਾਂ ਦੀ ਰਾਜਨੀਤੀ ਪੰਜਾਬ 'ਚ ਨਹੀਂ ਚੱਲਣੀ, ਇਸ ਤਰ੍ਹਾਂ ਦੀ ਰਾਜਨੀਤੀ ਨਹੀਂ ਕਰਨੀ ਚਾਹੀਦੀ। ਤੁਹਾਡਾ ਹੱਕ ਆ, ਡੈਮੋਕ੍ਰੇਸੀ ਆ। ਔਰ ਅਸੀਂ ਵਾਰ-ਵਾਰ ਕਿਸਾਨਾਂ ਨੂੰ ਵੀ ਕਹਿੰਦੇ ਆਂਗੇ ਕਿ ਵਿਰੋਧ ਦਾ ਤਰੀਕਾ ਠੀਕ ਰੱਖੋ, ਇਹ ਨਾ ਹੋਵੇ ਕਿ ਤੁਹਾਡੇ ਵਿਰੋਧ ਦਾ ਤਰੀਕਾ ਹੀ ਤੁਹਾਡੀ ਸਭ ਤੋਂ ਵੱਡੀ ਗਲਤੀ ਸਾਬਤ ਹੋ ਜੇ, ਉਹ ਨਾ ਕਰੋ। ਪਰ ਬੀਜੇਪੀ ਨੂੰ ਬਾਜ਼ ਆਉਣਾ ਚਾਹੀਦਾ। ਬੀਜੇਪੀ ਵੀ ਜਿਸ ਤਰ੍ਹਾਂ ਦੀ ਰਾਜਨੀਤੀ ਕਰ ਰਹੀ ਹੈ ਉਹ ਤਰੀਕਾ ਵੀ ਠੀਕ ਨਹੀਂ ਆ। ਪਰ ਯਾਦਵਿੰਦਰ ਜੀ, ਆਏ ਨਹੀਂ ਲੱਗਦਾ ਕਿ ਜਿਹੜੀ ਹਾਈ ਕਮਾਂਡ ਆ ਬੀਜੇਪੀ ਦੀ ਉਹ ਤਾਂ ਚੁੱਪ ਬੈਠੀ ਹੈ ਇਸ ਸਾਰੇ ਮਸਲੇ ਤੇ ਲੋਕਲ ਪੱਧਰ ਦੇ ਜਿਹੜੇ ਲੀਡਰ ਆ ਉਹ ਟਾਰਗੇਟ ਹੋ ਰਹੇ ਨੇ? ਉਹੀ ਹੈਗਾ ਕਿ ਲੋਕਲ ਪੱਧਰ ਦੇ ਲੀਡਰ ਟਾਰਗੇਟ ਹੋ ਰਹੇ ਨੇ। ਸਭ ਤੋਂ ਵੱਡੀ ਗੱਲ ਕੀ ਹੈ ਕਿ ਬੀਜੇਪੀ ਦੀ ਹਾਈ ਕਮਾਨ ਵੀ, ਹੁਣ ਅਸੀਂ ਦੇਖ ਰਹੇ ਹਾਂ ਯੋਗੀ ਦਾ ਬਿਆਨ ਐਵੇਂ ਥੋੜੀ ਆ ਗਿਆ। ਯੋਗੀ ਬਿਆਨ ਦੇ ਰਹੇ ਨੇ ਜੀ ਇਹ ਘਰ ਧਰਨਾ ਤਾਂ ਫਿਜ਼ਲ ਆਊਟ ਹੋ ਗਿਆ, ਧਰਨਾ ਤਾਂ ਨਹੀਂ ਆ। ਬਹੁਤ ਸਾਰੇ ਅਫਸਰ ਇਸ ਤਰ੍ਹਾਂ ਦਾ ਮਾਹੌਲ ਬਣਾ ਰਹੇ ਨੇ, ਪੂਰਾ ਇੱਕ ਮਾਹੌਲ ਬਣਾਇਆ ਜਾ ਰਿਹਾ ਜੀ ਧਰਨਾ ਤਾਂ ਚੜ੍ਹਦੀ ਕਲਾ 'ਚ ਆ। ਧਰਨੇ 'ਚ ਤਾਂ ਹੁਣ 15 ਨੂੰ ਬਹੁਤ ਵੱਡਾ ਪ੍ਰੋਗਰਾਮ ਹੋ ਰਿਹਾ, 22 ਨੂੰ ਬਹੁਤ ਵੱਡਾ ਪ੍ਰੋਗਰਾਮ ਹੋ ਰਿਹਾ। ਜਥੇ ਹੁਣ ਜਾ ਰਹੇ ਨੇ, ਇੱਥੋਂ ਪੰਜਾਬ 'ਚੋਂ ਜਥੇ ਜਾ ਰਹੇ ਨੇ, ਨਵੇਂ ਜਥਿਆਂ ਦੀ ਤਿਆਰੀ ਹੈ। ਜੀਰੀ ਲੋਕਾਂ ਦੀ ਲੱਗ ਗਈ ਹੈ, ਜੀਰੀ 'ਚ ਲੋਕ ਆਏ ਹੋਏ ਸੀਗੇ, ਝੋਨਾ ਲਾਉਣ ਲੋਕ ਆਪਣਾ ਆਏ ਹੋਏ ਸੀਗੇ ਕਿਸਾਨ, ਉਹ ਲਾ ਕੇ ਫੇਰ ਜਾ ਰਹੇ ਨੇ। ਉਹ ਠੀਕ ਹੈਗਾ ਕਿ ਅੰਦੋਲਨ 'ਚ ਆਪਾਂ ਪਹਿਲਾਂ ਵੀ ਕਹਿੰਦੇ ਰਹੇ ਨੇ, ਅੰਦੋਲਨ ਦੁਨੀਆ ਦਾ ਕੋਈ ਵੀ ਹੋਵੇ ਹਮੇਸ਼ਾ ਉਤਰਾਅ ਚੜ੍ਹਾਅ ਅੰਦੋਲਨ 'ਚ ਆਉਂਦੇ ਨੇ, ਪਰ ਧਰਨੇ ਦੇ ਅੰਦਰ ਕਮਿਟਮੈਂਟ ਦੱਸੋ। 7 ਮਹੀਨਿਆਂ ਬਾਅਦ ਕੋਈ ਕਮਿਟਮੈਂਟ ਘਟੀ ਹੈ? ਉਨੀ ਹੀ ਸ਼ਿੱਦਤ ਦੇ ਨਾਲ ਲੋਕ ਡਟੇ ਹੋਏ ਨੇ। ਉਹ ਠੀਕ ਹੈਗਾ ਕਿ ਐ ਨਹੀਂ ਹੁੰਦਾ ਗਾ ਕਿ ਸਾਰੇ ਲੋਕ ਇੱਕੋ ਤਰੀਕੇ ਨਾਲ ਇਨਵੋਲਵ ਹੋਣ, ਸਾਰੇ ਤਰੀਕੇ ਇੱਕ ਤਰੀਕੇ ਨਾਲ ਇਨਵੋਲਵ ਹੋਣ, ਇਹ ਨਹੀਂ ਹੁੰਦਾ ਗਾ। ਆਪਣੇ ਆਪਣੇ ਤਰੀਕੇ ਨਾਲ ਲੋਕ ਇਨਵੋਲਵ ਹੁੰਦੇ ਨੇ, ਆਪਣੇ ਆਪਣੇ ਤਰੀਕੇ ਨਾਲ ਲੋਕ ਇਨਵੋਲਵ ਹੁੰਦੇ ਨੇ। ਇਸ ਕਰਕੇ ਇਹ ਨਹੀਂ ਹੈਗਾ ਕਿ ਬੀਜੇਪੀ ਨੂੰ ਭੁਲੇਖਾ ਹੋਏਗਾ। ਬੀਜੇਪੀ ਨੂੰ ਵੀ ਪਤਾ ਉੱਥੇ ਬੈਠੇ ਨੇ, ਅਗਰ ਇੰਨੇ ਮਹੀਨਿਆਂ ਦੇ ਬਹੁਤ ਔਖਾ ਹੈ। ਔਰ ਇੰਡੀਆ ਦਾ ਜਾਂ ਵਰਲਡ ਦਾ ਕਹਿ ਦਈਏ ਸਭ ਤੋਂ ਵੱਡਾ ਲਾਰਜੈਸਟ ਧਰਨਾ ਹੋ ਗਿਆ ਇਹ, ਇੰਟਰਨੈਸ਼ਨਲ ਮੀਡੀਆ ਦੇ ਬਾਰੇ ਕਹਿ ਰਿਹਾ ਹੈਗਾ। ਇਸ ਕਰਕੇ ਸਰਕਾਰ ਨੂੰ ਇਹ ਸੋਚਣ ਦੀ ਲੋੜ ਆ ਕਿ ਇਸ ਮਸਲੇ ਦਾ ਹੱਲ ਕੱਢੇ। ਜੇ ਸਰਕਾਰ ਨੂੰ ਲੱਗਦਾ ਜੇ ਕਹਿੰਦੇ ਗੋਲੀ ਮਾਰ ਦਿਓ, ਅੱਜ ਆਪਾਂ ਬਿਆਨ ਸੁਣ ਰਹੇ ਸੀ, ਗੋਲੀ ਮਾਰ ਦਿਓ ਜੀ ਕਿਸਾਨਾਂ ਦੇ, ਜਦੋਂ ਆਉਂਦੇ ਨੇ ਗੋਲੀ ਚਲਾਓ ਇਹਨਾਂ ਦੇ ਉੱਤੇ, ਤਾਂ ਗੋਲੀ ਚਲਾ ਦਿਓ। ਫਿਰ ਉਦੋਂ ਦੇ ਗੋਲੀ ਚਲਾਉਣ ਦੀ ਬੀਜੇਪੀ ਉੱਥੇ ਕੀ ਹਾਲਾਤ ਹੈਗੇ ਨੇ? ਗੋਲੀ ਚਲਾਏਗੀ, ਇੰਟਰਨੈਸ਼ਨਲ ਮੁੱਦਾ ਬਣੇਗਾ। ਮੋਦੀ ਦੀ ਇਸ ਟਾਈਮ ਆਲੋਚਨਾ ਕਿਸ ਗੱਲ ਦੇ ਉੱਤੇ ਹੋ ਰਹੀ ਹੈ? 2 ਗੱਲਾਂ ਤੇ ਵੱਡੀ, ਸਟੇਨ ਸਵਾਮੀ ਦੇ ਉੱਤੇ ਪੂਰਾ ਇੰਟਰਨੈਸ਼ਨਲ ਮੀਡੀਆ ਲਿਖ ਰਿਹਾ ਹੈਗਾ। ਫਰਾਂਸ ਦੇ ਅੰਦਰ ਜਾਂਚ ਖੁੱਲ੍ਹ ਚੁੱਕੀ ਹੈ ਰਫੇਲ ਮਾਮਲੇ ਦੀ। ਤਾਂ ਕੀ ਹੈਗਾ ਇਨਵੈਸਟੀਗੇਸ਼ਨ ਇੰਟਰਨੈਸ਼ਨਲ, ਜਿਹੜਾ ਤੁਸੀਂ ਇਮੇਜ ਮੇਕਓਵਰ ਲਈ ਇੰਨਾ ਕੁਝ ਕਰਦੇ ਹੋ ਕਿ ਅਸੀਂ ਇੰਟਰਨੈਸ਼ਨਲ ਇਮੇਜ ਬਣਾਉਣੀ ਆ, ਭਾਰਤ ਵਧੀਆ ਮੁਲਕ ਆ, ਪ੍ਰਧਾਨ ਮੰਤਰੀ ਮੋਦੀ ਵਧੀਆ ਨੇ, ਅਸੀਂ ਵੀ ਕਹਿੰਦੇ ਆਪਣੀ ਇਮੇਜ ਬਣਾਓ, ਇਸ ਦੇਸ਼ ਦੀ ਇਮੇਜ ਬਣਨੀ ਚਾਹੀਦੀ ਹੈ, ਸਾਡਾ ਹੀ ਮੁਲਕ ਆ ਇਹ। ਪਰ ਜਿਸ ਤਰੀਕੇ ਦੇ ਨਾਲ ਜਿੱਧਰ ਨੂੰ ਤੁਸੀਂ ਜਾ ਰਹੇ ਹੋਗੇ ਉਹਦੇ ਨਾਲ ਇਮੇਜ ਨਹੀਂ ਬਣੇਗੀ। ਤੁਸੀਂ ਕਿਸਾਨ ਅੰਦੋਲਨ ਤੇ ਚਲਾਓ ਗੋਲੀ, ਕਰੋ ਉਹਨਾਂ ਤੇ ਲਾਠੀ ਚਾਰਜ, ਪੂਰੀ ਦੁਨੀਆ ਦੇ ਅੰਦਰ ਬਦਨਾਮੀ ਹੋਏਗੀ। ਤੁਹਾਡੇ ਮੁਲਕ ਦੇ ਲੋਕ ਨੇ, ਕੋਈ ਬਾਹਰੋਂ ਆ ਗਏ ਕੋਈ ਇਸ ਤਰੀਕੇ ਦੇ ਨਾਲ ਬਿਹੇਵ ਕਰ ਰਹੇ ਹੋ। ਤਾਂ ਇਸ ਤਰ੍ਹਾਂ ਦੇ ਬਿਆਨਾਂ ਤੋਂ ਬਾਜ਼ ਆਉਣਾ ਚਾਹੀਦਾ ਬੀਜੇਪੀ ਵਾਲਿਆਂ ਨੂੰ, ਜਿਸ ਤਰ੍ਹਾਂ ਦੇ ਬਿਆਨ ਦੇ ਰਹੇ ਨੇ, ਜਾਂ ਬਾਕੀ ਵੀ ਪੋਲੀਟੀਕਲ ਪਾਰਟੀਆਂ ਜਿਹੜੀਆਂ ਵੀ ਇਹਦੀ ਹਾਮੀ ਭਰਦੀਆਂ ਨੇ। ਔਰ ਕਿਸਾਨ ਤੇ ਸਰਕਾਰ ਬੈਠਣ, ਕੋਈ ਹੱਲ ਵੱਲ ਵਧਣਾ ਚਾਹੀਦਾ। ਸਰਕਾਰ ਵੀ ਇਸ ਦੇਸ਼ ਦੀ ਹੈ,
ਕਿਸਾਨ ਵੀ ਇਸ ਦੇਸ਼ ਦੇ ਨੇ, ਪਰ ਜਿਹੜੀਆਂ ਸਾਜ਼ਿਸ਼ਾਂ ਨੇ ਉਹਨਾਂ ਨਾਲ ਨਿਕਲਣਾ ਕੁਝ ਨਹੀਂ। ਇਸ ਦੇਸ਼ ਦੇ ਅੰਦਰ ਜਦੋਂ ਇੰਦਰਾ ਗਾਂਧੀ ਨੂੰ ਵੀ ਸਮਝਾਇਆ ਗਿਆ ਸੀ ਚੀਜ਼ਾਂ ਨਾ ਕਰੋ, ਅੱਜ ਉਹੀ ਬੀਜੇਪੀ ਸਭ ਤੋਂ ਵੱਡੀ ਆਲੋਚਨਾ ਕਿਹਦੀ ਕਰਦੀ ਹੈ? ਜੋ ਦਰਬਾਰ ਸਾਹਿਬ ਦੇ ਉੱਤੇ ਅਟੈਕ ਦੀ, ਬਹੁਤ ਸਮਝਾਇਆ ਗਿਆ ਉਹਨਾਂ ਨੂੰ ਕਿ ਸਿੱਖਾਂ ਦਾ ਮੱਕਾ ਇਹ, ਤੁਸੀਂ ਕੋਈ ਹੋਰ ਰਾਹ ਕੱਢੋ, ਤੁਸੀਂ ਇਹ ਤਰੀਕਾ ਨਾ ਅਪਣਾਓ। ਅੱਜ ਤੱਕ ਕਾਂਗਰਸ ਨੂੰ ਤਾਂ ਖਮਿਆਜ਼ਾ ਭੁਗਤਣਾ ਪੈ ਰਿਹਾ। ਇਹੋ ਜਿਹੇ ਖਮਿਆਜ਼ੇ ਬੀਜੇਪੀ ਨੂੰ ਭੁਗਤਣੇ ਪੈਣਗੇ। ਅੱਜ ਤੱਕ ਕਾਂਗਰਸ ਕੋਲੇ ਜਵਾਬ ਨਹੀਂ। ਮੈਂ ਅਕਸਰ ਕਹਿਣਾ ਹੁੰਦਾ ਗਾ ਕਿ ਇਹਨਾਂ 30 ਸਾਲਾਂ ਦੇ ਅੰਦਰ ਜਾਂ 36 ਸਾਲਾਂ ਦੇ ਅੰਦਰ ਕਦੇ ਕਾਂਗਰਸ ਨੇ ਕਿਹਾ ਡਟ ਕੇ ਕਿ ਅਸੀਂ ਬਹੁਤ ਵਧੀਆ ਕੀਤਾ ਦਰਬਾਰ ਸਾਹਿਬ ਤੇ ਅਟੈਕ ਕਰਕੇ? ਮਾਫੀਆਂ ਮੰਗਣੀਆਂ ਪਈਆਂ ਕਾਂਗਰਸ ਨੂੰ। ਇੱਕ ਵੀ ਕਾਂਗਰਸੀ ਕੋਈ ਕਹਿ ਸਕਦਾ ਅਸੀਂ ਬਹੁਤ ਵਧੀਆ ਕੀਤਾ ਦਰਬਾਰ ਸਾਹਿਬ ਤੇ ਅਟੈਕ ਕਰਕੇ? ਕਿਉਂ ਨਹੀਂ ਇਹ ਨੈਰੇਟਿਵ ਬਣਿਆ? ਸੱਚ ਕੀ ਹੁੰਦਾ, ਝੂਠ ਕੀ ਹੁੰਦਾ, ਉਹ ਨਿੱਤਰ ਕੇ ਆ ਜਾਂਦਾ। ਇਹੀ ਬੀਜੇਪੀ ਉਸੇ ਗੱਲ ਦੀ ਆਲੋਚਨਾ ਕਰਦੀ ਹੈ। ਇਹੀ ਬੀਜੇਪੀ ਐਮਰਜੈਂਸੀ ਦੀ ਆਲੋਚਨਾ ਕਰਦੀ ਹੈ। ਇਹੀ ਬੀਜੇਪੀ ਕਾਂਗਰਸ ਦੇ ਗਵਰਨਰ ਰਾਜਾਂ ਦੀ ਆਲੋਚਨਾ ਕਰਦੀ ਹੈ। ਪਰ ਕਿਹੜੇ ਰਾਹ ਚੱਲੀ ਹੋਈ ਹੈ? ਐਮਰਜੈਂਸੀ ਵਾਲੇ, ਅਨਡਿਕਲੇਅਰਡ ਐਮਰਜੈਂਸੀ ਕਿਹਾ ਜਾਂਦਾ ਬੀਜੇਪੀ ਦੀ ਰਾਜ ਨੂੰ। ਐਮਰਜੈਂਸੀ ਦੇ ਰਾਹ ਚੱਲੀ ਹੋਈ ਹੈ ਬੀਜੇਪੀ, ਗਵਰਨਰ ਰਾਜ ਦੇ ਰਾਹ ਚੱਲੀ ਹੋਈ ਹੈ ਬੀਜੇਪੀ। ਤੇ ਆ ਜਿਹੜੇ ਦੂਜੇ ਰਾਹ ਨੂੰ ਵਧਣਾ ਚਾਹੁੰਦੇ ਨੇ ਗੋਲੀਆਂ ਵਾਲਿਆਂ ਨੂੰ, ਇਹ ਗੋਲੀਆਂ ਵਾਲੇ ਰਾਹਾਂ 'ਚੋਂ ਕੁਝ ਨਹੀਂ ਨਿਕਲਦਾ। ਗੋਲੀਆਂ ਵਾਲੇ ਰਾਹ ਤੁਹਾਡੇ ਹੀ ਮੁਲਕ ਦੇ ਲੋਕ ਨੇ, ਗੋਲੀਆਂ ਚਲਾਓਗੇ ਉਹਨਾਂ 'ਤੇ। ਪ੍ਰੋਟੈਸਟ ਕਰਨ ਦਾ ਤਰੀਕਾ ਅਸੀਂ ਵੀ ਕਹਿ ਰਹੇ ਹਾਂ ਉਹਨਾਂ ਨੂੰ, ਪ੍ਰੋਟੈਸਟ ਕਰਨ ਦਾ ਤਰੀਕਾ ਠੀਕ ਹੋਣਾ ਚਾਹੀਦਾ। ਉਹਦੇ ਨਾਲ ਕਿਸਾਨ ਅੰਦੋਲਨ ਮਜ਼ਬੂਤ ਹੋਏਗਾ। ਤੁਹਾਡੀ ਇੱਕ ਗਲਤੀ ਕਰਕੇ ਕਿਸਾਨ ਅੰਦੋਲਨ ਨੂੰ ਕੋਈ ਮਤਲਬ ਮੁਸ਼ਕਲਾਂ ਝੱਲਣੀਆਂ ਪੈਣ, ਖਮਿਆਜ਼ਾ ਭੁਗਤਣਾ ਪਵੇ, ਉਹਦੇ ਗੁਨਾਹਗਾਰ ਤੁਸੀਂ ਹੋਵੋਗੇ। ਇਸ ਕਰਕੇ ਪ੍ਰੋਟੈਸਟ ਕਰਨ ਵਾਲਿਆਂ ਨੂੰ ਜ਼ਰੂਰ ਸੋਚਣਾ ਚਾਹੀਦਾ, ਪਰ ਉਹ ਆਰਗੇਨਾਈਜ਼ਡ ਨਹੀਂ ਆ। ਪਾਰਟੀ ਤਾਂ ਆਰਗੇਨਾਈਜ਼ਡ ਆ ਨਾ, ਬੀਜੇਪੀ ਤਾਂ ਆਰਗੇਨਾਈਜ਼ਡ ਆ। ਬੀਜੇਪੀ ਤਾਂ ਆਪਣਾ ਤਰੀਕਾ ਬਦਲ ਸਕਦੀ ਹੈ, ਸੋਚ ਸਕਦੀ ਹੈ, ਸੈਂਟਰ ਨੂੰ ਕਹਿ ਸਕਦੀ ਹੈ ਗੱਲ ਦਾ ਕੋਈ ਹੱਲ ਕੱਢੇ। ਔਰ ਅਨਿਲ ਜੋਸ਼ੀ ਦਾ ਮੈਂ ਜ਼ਰੂਰ ਜ਼ਿਕਰ ਕਰਨਾ ਚਾਹੂੰਗਾ ਇੱਥੇ। ਦੇਖੋ, ਜਿਹੜੀ ਪਿਛਲੀ ਮੂਵਮੈਂਟ ਵੀ ਸੀਗੀ, ਪਿਛਲੀ ਲਹਿਰ ਦੇ ਅੰਦਰ ਵੀ ਪਾਣੀਆਂ ਦਾ ਮਸਲਾ ਸੀ। ਉਹ ਕੋਈ ਹਿੰਦੂ ਸਿੱਖ ਮਸਲਾ ਸੀ? ਨਹੀਂ ਸੀ। ਅਨੰਦਪੁਰ ਦੇ ਮੱਥੇ 'ਚ ਕਿੰਨੀਆਂ ਆਈਆਂ ਗੱਲਾਂ ਸੀ ਜਿਹੜੇ ਪੰਜਾਬ ਦੇ ਇਸ਼ੂ ਸੀਗੇ। ਪੰਜਾਬ ਦੇ ਇਸ਼ੂਆਂ ਦੇ ਉੱਤੇ ਉਦੋਂ ਕੋਈ ਹਿੰਦੂ ਲੀਡਰ ਇੰਨਾ ਖੁੱਲ੍ਹ ਕੇ ਨਹੀਂ ਬੋਲਿਆ। ਅੱਜ ਵਧੀਆ ਗੱਲ ਆ, ਮੈਂ ਇਹ ਗੱਲ ਕਹੂੰਗਾ ਕਿ ਅਨਿਲ ਜੋਸ਼ੀ ਨੂੰ ਇਹ ਸਿਹਰਾ ਵੱਜਦਾ ਗਾ। ਅਨਿਲ ਜੋਸ਼ੀ ਦਾ ਕਿਸਾਨ ਜਥੇਬੰਦੀਆਂ ਨੇ ਵੀ ਕਿਹਾ ਉੱਥੇ ਆਓ। ਐਪਰੀਸ਼ੀਏਟ ਕਰਨਾ ਵੀ ਚਾਹੀਦਾ ਕਿਸਾਨਾਂ ਨੂੰ। ਅਨਿਲ ਜੋਸ਼ੀ ਨੇ ਸੱਚ ਨੂੰ ਸੱਚ ਕਿਹਾ, ਝੂਠ ਨੂੰ ਝੂਠ ਕਿਹਾ। ਜੇ ਉਦੋਂ ਵੀ ਮੇਰਾ ਇਹ ਮੰਨਣਾ ਗਾ ਕਿ ਕੋਈ ਇਹੋ ਜਿਹਾ ਲੀਡਰ ਹੁੰਦਾ, ਉਹ ਦੌਰ 'ਚ ਵੀ 84 ਵਾਲਾ, ਉਹ ਦੌਰ ਨਾ ਆਉਂਦਾ ਸ਼ਾਇਦ। ਜੇ ਕੋਈ ਵਿਜ਼ਨਰੀ ਲੀਡਰ ਹੁੰਦੇ, ਵਿਜ਼ਨ ਹੁੰਦਾ, ਇਮੋਸ਼ਨ ਹੁੰਦੇ, ਦਿਲੋਂ ਹੁੰਦੇ। ਇਹ ਨਹੀਂ ਗਾ ਕਿ ਅਨਿਲ ਜੋਸ਼ੀ ਨੇ ਰਾਜਨੀਤੀ ਨਹੀਂ ਕਰਨੀ, ਉਹਨੇ ਐਮਐਲਏ ਨਹੀਂ ਬਣਨਾ, ਮੰਤਰੀ ਨਹੀਂ ਬਣਨਾ, ਉਹ ਤਾਂ ਸਭ ਨੇ ਹੈਗਾ। ਪਰ ਫਿਰ ਵੀ ਤੁਹਾਨੂੰ ਪਤਾ ਯਾਰ ਸਾਡਾ ਪੰਜਾਬ ਆਏ ਤਾਂ ਵਧੀਆ ਗੱਲ ਹੈ। ਇੱਕ ਹਿੰਦੂ ਲੀਡਰ ਨੇ, ਮੈਨੂੰ ਲੱਗਦਾ ਇੱਕ ਹਿੰਦੂ ਲੀਡਰ ਦੇ ਤੌਰ 'ਤੇ ਉਹਨਾਂ ਦਾ ਕੱਦ ਵੱਡਾ ਹੋਇਆ। ਅਸੀਂ ਨਹੀਂ ਕਹਿੰਦੇਗੇ ਕਿ ਵੀ ਹਾਂ ਉਹ ਹਿੰਦੂ ਆ ਤਾਂ ਕਰਕੇ, ਪਰ ਇੱਕ ਚੰਗੀ ਗੱਲ ਹੈ। ਉਦੋਂ ਵੀ ਇਹ ਆ, ਪੰਜਾਬ ਤਾਂ ਸਭ ਦਾ। ਪੰਜਾਬ ਨਾ ਸਿੱਖਾਂ ਦਾ, ਨਾ ਮੁਸਲਮਾਨਾਂ ਦਾ, ਨਾ ਹਿੰਦੂਆਂ ਦਾ, ਨਾ ਬੋਧੀਆਂ ਜੈਨੀਆਂ ਦਾ। ਪੰਜਾਬ ਤਾਂ ਹਿੰਦੂਆਂ ਦਾ ਵੀ ਆ, ਸਿੱਖਾਂ ਦਾ ਵੀ ਆ, ਮੁਸਲਮਾਨਾਂ ਦਾ ਵੀ ਆ, ਕ੍ਰਿਸਚਨਾਂ ਦਾ ਵੀ ਆ, ਸਭ ਦਾ ਨਾ ਪੰਜਾਬ ਸਾਡਾ। ਤਾਂ ਜਿਹੜੇ ਵੀ ਸਾਡੇ ਸਾਂਝੇ ਮਸਲੇ ਨੇ ਸਾਰਿਆਂ ਨੂੰ ਇੰਟਰਵਿਨ ਕਰਨਾ ਚਾਹੀਦਾ। ਉਸ ਮੂਵਮੈਂਟ 'ਚ ਬਹੁਤ ਸਾਰੇ ਲੋਕਾਂ ਦਾ ਇਤਰਾਜ਼ ਰਿਹਾ ਹੈਗਾ ਇਹ ਗੱਲ ਕਿ ਜਿਹੜੇ ਸਹੀ ਮੁੱਦੇ ਸੀਗੇ, ਜਦੋਂ ਇਹ ਮਸਲਾ ਭਖ ਰਿਹਾ ਸੀਗਾ, ਚਾਹੇ ਉਹ SYL ਦਾ ਮੁੱਦਾ ਸੀਗਾ, ਜਦੋਂ ਇਹ ਸ਼ੁਰੂਆਤ ਹੁੰਦੀ ਹੈ ਇੰਦਰਾ ਗਾਂਧੀ ਤੋਂ, ਫਿਰ ਚਾਹੇ ਧਰਮ ਯੁੱਧ ਮੋਰਚੇ 'ਚ ਆ ਜਾਂਦਾ, ਕਪੂਰੀ ਦੇ ਮੋਰਚੇ ਤੋਂ ਲੈ ਕੇ ਧਰਮ ਯੁੱਧ ਮੋਰਚੇ ਦੇ ਰਾਹ 'ਚ, ਜਾਂ ਨਿਰੰਕਾਰੀ ਕਾਂਡ 'ਚੋਂ ਲੈ ਕੇ ਅਫਸਰ ਕਹਿ ਰਹੇ ਨੇ ਹੁਣ ਤਾਂ ਜੇ ਜਸਟਿਸ ਮਿਲਿਆ ਹੁੰਦਾ ਇਹ ਗੱਲ ਨਾ ਹੁੰਦੀ। ਜੇ ਉਦੋਂ ਸਹੀ ਲੀਡਰਸ਼ਿਪ ਨੇ ਸਹੀ ਤਰੀਕੇ ਨਾਲ ਇੰਟਰਵੈਂਸ਼ਨ ਕੀਤਾ ਹੁੰਦਾ, ਅੱਜ ਪੰਜਾਬ ਦਾ ਉਹ ਹਾਲ ਨਾ ਹੁੰਦਾ ਜੋ ਉਦੋਂ ਹੋਇਆਗਾ। ਅੱਜ ਵੀ ਇਹਨਾਂ ਨੂੰ ਚਾਹੀਦਾ, ਅੱਜ ਵੀ ਅਨਿਲ ਜੋਸ਼ੀ ਵਰਗਾ ਜੇਰਾ ਹੋਰ ਲੀਡਰਾਂ ਨੂੰ ਵੀ ਦਿਖਾਉਣਾ ਚਾਹੀਦਾ। ਅਨਿਲ ਜੋਸ਼ੀ ਮੈਂ ਉਹਨਾਂ ਨੂੰ ਪਰਸਨਲੀ ਵੀ ਕਿਹਾ ਸੀਗਾ, ਆਪਾਂ ਲੀਡਰਾਂ ਦੀ ਹਮੇਸ਼ਾ ਆਲੋਚਨਾ ਕਰਦੇ ਹਾਂ, ਬੀਜੇਪੀ ਦੀ ਕਰਦੇ ਹਾਂ, ਕਾਂਗਰਸ ਦੀ ਕਰਦੇ ਹਾਂ, ਅਕਾਲੀਆਂ ਦੀ ਕਰਦੇ ਹਾਂ, ਆਪ ਦੀ ਕਰਦੇ ਹਾਂ, ਸਭ ਦੀ ਕਰਦੇ ਹਾਂ। ਪੋਲੀਟੀਕਲ ਪਾਰਟੀਆਂ ਦੀ ਚਮਚਾਗਿਰੀ ਕਰਨਾ ਸਾਡਾ ਕੰਮ ਨਹੀਂ ਹੈਗਾ। ਪਰ ਜੇ ਕੋਈ ਸੱਚੀਓ ਵਧੀਆ ਸਟੈਂਡ ਲੈਂਦਾ, ਮੈਂ ਕਿਹਾ ਸੀ ਅਨਿਲ ਜੋਸ਼ੀ ਸਾਹਿਬ ਤੁਹਾਡੇ ਲਈ ਇਤਿਹਾਸ ਦੇ ਇੱਕ ਪੰਨਾ ਤਿਆਰ ਹੋ ਚੁੱਕਿਆ। ਇੱਕ ਚੈਪਟਰ ਦੇ ਇੱਕ ਪੰਨੇ 'ਚ ਅਨਿਲ ਜੋਸ਼ੀ ਵੀ ਲਿਖਿਆ ਜਾਊਗਾ, ਇੱਕ ਚੈਪਟਰ ਅਨਿਲ ਜੋਸ਼ੀ ਦਾ ਵੀ ਲਿਖਿਆ ਜਾਊਗਾ ਕਿ ਅਨਿਲ ਜੋਸ਼ੀ ਨੇ ਜਦੋਂ ਇਹ ਸਾਰਾ ਅੰਦੋਲਨ ਚੱਲ ਰਿਹਾ ਸੀ, ਐਜ਼ ਏ ਹਿੰਦੂ ਕਮਿਊਨਿਟੀ ਦੇ ਰਿਪਰੈਜ਼ੈਂਟੇਸ਼ਨ ਦੇ ਤੌਰ 'ਤੇ, ਐਜ਼ ਏ ਉਹ ਪਾਰਟੀ ਜਿਹੜੀ ਹਾਰਡਕੋਰ ਰਾਈਟ ਵਿੰਗ ਪਾਰਟੀ ਮੰਨੀ ਜਾਂਦੀ ਹੈ, ਉਹ ਪਾਰਟੀ ਦੇ ਰਿਪਰੈਜ਼ੈਂਟੇਸ਼ਨ ਹੋਣ ਦੇ ਨਾਂ 'ਤੇ ਪਾਰਟੀ ਨੇ ਕੱਢਿਆ ਉਹਨਾਂ ਨੂੰ, ਉਹਨੇ ਸਟੈਂਡ ਲਿਆ। ਵਾਰ-ਵਾਰ ਉਹ ਕਹਿੰਦੇ ਵੀ ਨੇ ਕਿ ਮੇਰੀ ਪ੍ਰਧਾਨ ਮੰਤਰੀ ਮੋਦੀ ਨਾਲ ਕੋਈ ਪਰਸਨਲ ਨਹੀਂ ਹੈਗਾ, ਮੈਂ ਇਸ਼ੂ ਦੀ ਗੱਲ ਕਰ ਰਿਹਾ ਹਾਂ ਕਿ ਪੰਜਾਬ ਦੇ ਮੁੱਦੇ ਕੀ ਨੇ। ਰਹਿਣਾ ਤਾਂ ਅਸੀਂ ਇਸੇ ਪੰਜਾਬ 'ਚ। ਇਸ ਕਰਕੇ ਬਾਕੀ ਲੀਡਰਾਂ ਨੂੰ ਸੋਚਣ ਦੀ ਲੋੜ ਆ। ਪੰਜਾਬ ਤਾਂ ਇਤਿਹਾਸ ਦਾ ਗਵਾਹ ਮੰਗਦਾ ਨਾ। ਤੁਹਾਡੀਆਂ 10 ਪੀੜ੍ਹੀਆਂ ਬਾਅਦ ਵੀ ਪੁੱਛਿਆ ਜਾਂਦਾ ਤੁਸੀਂ ਕੌਣ ਹੋ। ਤੁਹਾਡੀਆਂ 10 ਪੀੜ੍ਹੀਆਂ ਦਾ ਖਾਕਾ ਲੋਕ ਕੱਢ ਕੇ ਰੱਖ ਦਿੰਦੇ ਨੇ, ਇਹਦੇ ਦਾਦੇ ਨੇ, ਇਹਦੇ ਪੜਦਾਦੇ ਨੇ ਆਹ ਕੀਤਾ ਸੀਗਾ। ਅਨਿਲ ਜੋਸ਼ੀ ਨੂੰ ਜਦੋਂ ਯਾਦ ਕੀਤਾ ਜਾਏਗਾ, ਉਹਦੇ ਅੱਗੇ ਪੋਤੇ ਯਾਦ ਕਰਨਗੇ ਕਿ ਸਾਡਾ ਇੱਕ ਇਹੋ ਜਿਹਾ ਬਾਪੂ ਸੀ, ਸਾਡਾ ਦਾਦਾ ਸੀ, ਪੜਦਾਦਾ ਸੀ, ਜਿਹਨੇ ਪੰਜਾਬ ਲਈ ਕੰਟਰੀਬਿਊਟ ਕੀਤਾ। ਤਾਂ ਇਸ ਕਰਕੇ ਬੀਜੇਪੀ ਨੂੰ ਠਰਮੇ ਨਾਲ, ਧਿਆਨ ਨਾਲ ਉਹ ਚੀਜ਼ਾਂ ਨਾ ਹੋਣ ਜਿਨ੍ਹਾਂ ਨਾਲ ਪਹਿਲਾਂ ਪੰਜਾਬ 'ਚ ਅੱਗ ਲੱਗੀ ਸੀ। ਪੰਜਾਬ 'ਚ ਅੱਗ ਲੱਗੀ ਸੀ, ਉਹ 'ਚ ਅੱਗ ਲਾਉਣ 'ਚ ਬਹੁਤ ਸਾਰੀਆਂ ਪਾਰਟੀਆਂ ਦਾ ਰੋਲ ਵੀ ਸੀ, ਬਹੁਤ ਸਾਰੇ ਹੋਰ ਗਲਤ ਲੋਕਾਂ ਦਾ ਰੋਲ ਵੀ ਸੀਗਾ। ਇਸ ਕਰਕੇ ਉਹ ਜਿਹੜੀਆਂ ਅੱਗਾਂ ਲੱਗੀਆਂ ਨੇ ਉਹ ਨਹੀਂ ਲੱਗਣੀਆਂ ਚਾਹੀਦੀਆਂ। ਪੰਜਾਬ ਪਿਆਰ ਤੇ ਸ਼ਾਂਤੀ ਨਾਲ ਰਹਿਣਾ ਚਾਹੀਦਾ। ਬੀਜੇਪੀ ਨੂੰ ਠਰਮਾ ਵਰਤਣਾ ਚਾਹੀਦਾ। ਪਰ ਜੇ ਪੰਜਾਬ ਦੇ ਵਿੱਚ ਇਹ ਗੱਲ ਹੋ ਰਹੀ ਆ ਕਿ ਕਿਸਾਨਾਂ ਤੇ ਗੋਲੀ ਚਲਾਓ, ਕੀ ਇਹ ਸੰਕੇਤ ਤਾਂ ਨਹੀਂ ਕਿ ਦਿੱਲੀ ਧਰਨੇ ਦੇ ਵਿੱਚ ਕੋਈ ਇਸ ਤਰ੍ਹਾਂ ਦੀ ਘਟਨਾ ਵਾਪਰ ਸਕਦੀ? ਦੇਖੋ, ਦਿੱਲੀ ਧਰਨੇ 'ਚ ਇਹਨਾਂ ਨੇ ਬਹੁਤ ਵਾਰੇ ਕੋਸ਼ਿਸ਼ ਕੀਤੀ। ਇਹਨਾਂ ਨੇ 26 ਤੋਂ ਮਾੜਾ ਦਿਨ ਤਾਂ ਕੋਈ ਨਹੀਂ ਸੀਗਾ
ਯਾਨੀ ਜਦੋਂ ਕਿਸਾਨ ਡਿਫੈਂਸਿਵ ਹੋ ਗਏ ਸੀ, ਮਾੜਾ ਦਿਨ ਇਸ ਪੱਖੋਂ ਸੀ ਕਿ ਕਿਸਾਨ ਡਿਫੈਂਸਿਵ ਹੋ ਗਏ, ਕਿਸਾਨਾਂ ਦੇ ਅੰਦਰ ਇੱਕ ਨਿਰਾਸ਼ਾ ਸੀਗੀ, ਕਿਸਾਨ ਬਹੁਤ ਸਾਰੇ ਵਾਪਸ ਆ ਗਏ ਸੀ ਕਿਉਂਕਿ 26 ਨੂੰ ਬਹੁਤ ਵੱਡਾ ਇਕੱਠ ਹੋਇਆ ਸੀ, ਉਹ 'ਚੋਂ ਵਾਪਸ ਆ ਗਏ ਸੀਗੇ। ਉਦੋਂ ਇਹਨਾਂ ਨੇ 27 ਨੂੰ ਕੋਸ਼ਿਸ਼ ਕੀਤੀ, 27 ਨੂੰ ਇਹਨਾਂ ਨੇ ਬਹੁਤ ਵੱਡੀ ਕੋਸ਼ਿਸ਼ ਕੀਤੀ, ਹਮਲਾ ਕਰਵਾਇਆ। ਬੀਜੇਪੀ ਦੇ ਹੀ ਉਹ ਬੰਦੇ ਸੀਗੇ ਜਿਨ੍ਹਾਂ ਨੇ ਹਮਲਾ ਕੀਤਾ ਸੀ। ਕਿਸਾਨਾਂ ਨੇ ਕਿਹਾ ਬੀਜੇਪੀ ਦੇ ਗੁੰਡੇ ਨੇ ਇਹ। ਬਾਅਦ 'ਚ ਉਹਨਾਂ ਬਾਰੇ ਰਿਪੋਰਟ ਵੀ ਕੀਤਾ, ਮਨਦੀਪ ਪੁਨੀਆ ਜਿਹੜੇ ਪੱਤਰਕਾਰ ਨੇ ਉਹਨਾਂ ਨੇ ਸਾਰਾ ਰਿਪੋਰਟ ਕੀਤਾ, ਇਹ ਕੌਣ ਲੋਕ ਨੇ, ਇਹ ਕੱਲੇ ਕੱਲੇ ਬੰਦੇ ਦੀਆਂ ਉਹਨਾਂ ਨੇ ਸਾਰਿਆਂ ਦੀ ਜਨਮ ਪੱਤਰੀ ਖੋਲ੍ਹ ਕੇ ਰੱਖਤੀ ਸੀ, ਕੌਣ ਕੌਣ ਆ ਇਹ ਸਾਰਾ। ਤਾਂ ਉਦੋਂ ਕੋਸ਼ਿਸ਼ਾਂ ਹੋਈਆਂ, ਇੱਕ ਵਾਰ ਕੋਸ਼ਿਸ਼ ਨਹੀਂ ਹੋਈ। ਸਾਡੇ ਯਾਦ ਹੈ ਇੱਕ ਵਾਰ ਅਸੀਂ ਧਰਨੇ ਸੀ, ਆਲੇ ਦੁਆਲੇ ਦੇ ਪਿੰਡਾਂ ਦੇ ਲੋਕਾਂ ਨੂੰ ਕਿਹਾ ਗਿਆ ਕਿ ਇਹ ਬਾਹਰੋਂ ਆ ਗਏ, ਪਰ ਉਹੀ ਬੀਜੇਪੀ ਦੇ ਲੋਕ ਸੀਗੇ। ਪਤਾ ਕੀਤਾ ਬਾਅਦ 'ਚੋਂ ਪਿੰਡ ਵਾਲਿਆਂ ਨੇ ਕਿਹਾ ਇਸ ਤਾਂ ਨਾਲਾਂ ਕਿਸਾਨਾਂ ਦੇ। ਫਿਰ 27 ਤਰੀਕ ਨੂੰ ਇਹਨਾਂ ਨੇ ਕੀਤਾ। ਫਿਰ ਇਹਨਾਂ ਨੇ ਗਾਜੀਪੁਰ ਕਰਨ ਦੀ ਕੋਸ਼ਿਸ਼ ਕੀਤੀ, ਆਹੀ ਯੋਗੀ ਆਦਿੱਤਿਆਨਾਥ ਜਿਹੜੇ ਹੁਣ ਕਹਿ ਰਹੇ ਨੇ, ਬਥੇਰੀ ਕੋਸ਼ਿਸ਼ ਕੀਤੀ ਕਿ ਦੰਗਾ ਕਰਵਾ ਦਿੱਤਾ ਜਾਵੇ। ਟਕੈਤ ਹੋਰੀ ਕਹਿੰਦੇ ਨੇ ਕਿ ਹਿੰਦੂ ਸਿੱਖ ਦੰਗਾ ਕਰਵਾਉਣਾ ਚਾਹੁੰਦੇ ਸੀ, ਉੱਥੇ ਹਿੰਦੂ ਸਿੱਖ ਕਤਲੇਆਮ ਕਰਾਉਣਾ ਚਾਹੁੰਦੇ ਸੀ। ਇਸ ਤਰ੍ਹਾਂ ਦੀਆਂ ਬਹੁਤ ਵਾਰ ਇਹਨਾਂ ਨੇ ਰਣਨੀਤੀਆਂ ਘੜੀਆਂ ਪਰ ਕਾਮਯਾਬ ਨਹੀਂ ਹੋਏ, ਕਿਉਂਕਿ ਉੱਥੇ ਉਹ ਦਰਵੇਸ਼ ਲੋਕ ਬੈਠੇ ਨੇ। ਕੁਦਰਤ ਵੀ ਕੋਈ ਚੀਜ਼ ਹੁੰਦੀ ਹੈ ਨਾ, ਕੁਦਰਤ ਤੋਂ ਵੱਡਾ ਦੁਨੀਆ, ਕੁਦਰਤ ਵੀ ਤਾਂ ਸਾਥ ਦਿੰਦੀ ਹੈ ਨਾ। ਉਹ ਦਰਵੇਸ਼ ਲੋਕਾਂ ਦੇ ਉੱਤੇ ਜ਼ੁਲਮ ਢਾਓਗੇ, ਕੀ ਤੁਹਾਨੂੰ ਜਵਾਬ ਮਿਲੇਗਾ? ਉਹ ਵਿਚਾਰੇ ਦੇਖੋ ਨਾ ਕਿੰਨਾ ਉਹਨਾਂ ਦੇ ਹੱਥਾਂ 'ਚ ਚੱਟਣ ਪਏ ਹੋਏ ਨੇ, 70-70 ਸਾਲ ਉਹਨਾਂ ਦੀ ਉਮਰ ਹੈ, ਅਤੇ ਵਿਚਾਰੇ ਉਹ ਬੈਠੇ ਨੇ ਟਰਾਲੀਆਂ ਦੇ ਥੱਲੇ। ਅੱਜ ਦੇ ਨਹੀਂ, ਉਹ 2-2 ਮਹੀਨੇ ਤਾਂ ਅਸੀਂ ਉੱਥੇ ਦੇਖਿਆ, ਉਦੋਂ ਬਾਅਦ ਲਗਾਤਾਰ 7 ਮਹੀਨੇ ਹੋ ਗਏ ਵਿਚਾਰਿਆਂ ਨੂੰ। ਹੁਣ ਵੀ ਜਦੋਂ ਜਾਈਦਾ ਦੇਖੀਦਾ ਕਿ ਆ ਬਾਬਾ ਤਾਂ ਉਦੋਂ ਦਾ ਬੈਠਾ ਗਾ। ਤਾਂ ਬੀਜੇਪੀ ਨੂੰ ਇਹ ਨਹੀਂ ਦਿੰਦਾ, ਜਿਹੜੀ ਬੀਜੇਪੀ ਬਹੁਤ ਵੱਡੀਆਂ ਗੱਲਾਂ ਅਧਿਆਤਮ ਦੀਆਂ ਕਰਦੀ ਹੈ, ਵਸੂਦੇਵ ਕੁਟੁੰਬਕਮ ਦੀ ਗੱਲ ਕਰਦੀ ਹੈ, ਵੱਡੇ ਵੱਡੇ ਫਲਸਫਿਆਂ ਦੀ ਗੱਲ ਕਰਦੀ ਹੈ, ਵਿਵੇਕਾਨੰਦ ਦੀ ਗੱਲ ਕਰਦੀ ਹੈ। ਮੈਂ ਬਾਰ-ਬਾਰ ਜ਼ਿਕਰ ਕਰਦਾ ਉਹਨਾਂ ਦੇ ਆਰਐਸਐਸ ਦੇ ਜਿਹੜੇ ਉਹ ਆਈਡੀਅਲੋਗ ਨੇ ਜਿਨ੍ਹਾਂ ਨੇ ਬਹੁਤ ਬਿਹਤਰ ਗੱਲਾਂ ਕੀਤੀਆਂ ਹੋਈਆਂ ਨੇ। ਦੀਨ ਦਿਆਲ ਉਪਾਧਿਆਏ ਪੜ੍ਹੋ, ਉਹਨਾਂ ਨੂੰ ਕੀ ਕਹਿ ਰਹੇ ਨੇ ਉਹ। ਅੰਤੋਦਿਆ ਦਾ ਵਿਚਾਰ ਜਿਹੜਾ ਮੈਂ ਬਾਰ-ਬਾਰ ਜ਼ਿਕਰ ਕਰਦਾ ਹੁੰਦਾ, ਕਿੰਨਾ ਸ਼ਾਨਦਾਰ ਵਿਚਾਰ ਉਹ ਕਹਿੰਦੇ ਗਰੀਬਾਂ 'ਚੋਂ ਜਿਹੜਾ ਸਭ ਤੋਂ ਅਖੀਰ 'ਚ ਗਰੀਬ 'ਤੇ ਖੜਾ ਗਾ ਲਾਈਨ 'ਚ, ਉਹਦੀ ਜਾ ਕੇ ਉਂਗਲ ਫੜੋ। ਕੀ ਇਹ ਦਿਖਦੇ ਨਹੀਂ ਗਏ ਕੌਣ ਨੇ? ਇਹਨਾਂ ਨੇ ਇਸ ਦੇਸ਼ ਲਈ ਕੰਟਰੀਬਿਊਟ ਕੀਤਾ ਗਾ। ਤੁਸੀਂ ਕੋਈ ਤਾਂ ਰਾਹ ਕੱਢ ਸਕਦੇ ਹੋ, ਬੈਠੋ ਤਾਂ ਸਹੀ ਉਹਨਾਂ ਨਾਲ। ਕਦੇ ਤੁਹਾਡਾ ਇਹ ਬਿਆਨ ਆ ਜਾਂਦਾ, ਕਦੇ ਉਹ। ਇਸ ਕਰਕੇ ਇਹ ਗੋਲੀ ਵਾਲੀਆਂ ਗੱਲਾਂ ਕਰ ਸਕਦੇ ਹੈਗੇ। ਗੋਲੀ ਵਾਲਾ ਇੱਕ ਵੀ ਸਟੈਪ ਲੈਣਗੇ, ਇਹਨਾਂ ਦੀ ਦੇਸ਼ 'ਚ ਭਰ 'ਚ ਬਦਨਾਮੀ ਹੋਏਗੀ, ਇੰਟਰਨੈਸ਼ਨਲ ਬਦਨਾਮੀ ਹੋਏਗੀ। ਕਿਸਾਨਾਂ ਦੇ ਨਾਲ ਬੈਠੋ। ਇਹ ਕਹਿੰਦੇ ਜੀ ਰਾਜਨੀਤੀ ਕਰਦੇ ਨੇ, ਜਿਹੜੇ ਵਿਚਾਰੇ ਉੱਥੇ ਟਰਾਲੀਆਂ ਥੱਲੇ ਬੈਠੇ ਨੇ ਰਾਜਨੀਤੀ ਕਰ ਰਹੇ ਨੇ। ਉਹਨਾਂ ਦੀ ਮੰਗ ਆ ਇਹ, ਉਹਨਾਂ ਤੋਂ ਤੁਸੀਂ ਸਰਵੇ ਕਰਵਾ ਲੈਣਾ, ਸਭ ਪਤਾ ਹੈਗਾ ਇਹਨਾਂ ਦੀਆਂ ਏਜੰਸੀਆਂ ਨੂੰ, ਇਹਨਾਂ ਦੀ ਪੁਲਿਸ ਨੂੰ, ਇਹਨਾਂ ਦੇ ਸਾਰੇ ਲਾਣੇ ਨੂੰ ਪਤਾ ਕਿ ਅਸਲ ਸਿਚੁਏਸ਼ਨ ਕੀ ਹੈ। ਇਹ ਨਹੀਂ ਕਿ ਇਹਨਾਂ ਨੂੰ ਸੱਚ ਨਹੀਂ ਪਤਾ। ਕਈ ਵਾਰ ਬੰਦੇ ਦੀ ਆਦਤ ਹੁੰਦੀ ਹੈ, ਜੇ ਮੈਨੂੰ ਮੰਨ ਲਓ ਸੱਚ ਵੀ ਪਤਾ ਹੋਈ, ਤੁਹਾਨੂੰ ਸੱਚ ਵੀ ਪਤਾ, ਸੱਚ ਪਤਾ ਹੁੰਦਾ ਹੀ ਬੰਦਾ ਕਹਿੰਦਾ ਕਿ ਨਹੀਂ ਮੇਰੀ ਆਹ ਪੋਜੀਸ਼ਨ ਆ। ਕੋਈ ਵੀ ਪੋਜੀਸ਼ਨ ਹੋ ਸਕਦੀ ਹੈ ਕਿਸੇ ਦੀ। ਸੱਚ ਕੀ ਹੈ ਅਤੇ ਪੋਜੀਸ਼ਨ ਕੀ ਹੈ? ਸੱਚ ਕੁਝ ਹੋਰ ਹੈ। ਸੱਚ ਉਹ ਹੈ ਕਿ ਉੱਥੇ ਜਿਹੜੇ ਲੋਕ ਬੈਠੇ ਉਹ ਕਹਿੰਦੇ ਭਾਈ ਤੁਸੀਂ ਸਾਡਾ ਭਲਾ ਕਰਨਾ ਚਾਹੁੰਦੇ ਹੋ, ਅਸੀਂ ਭਲਾ ਨਹੀਂ ਕਰਵਾਉਣਾ, ਸਾਨੂੰ ਆਹੀ ਗੱਲ ਜੱਚਦੀ ਹੈ। ਰਾਜੇਵਾਲ ਹੋਰਾਂ ਨੇ ਉਸ ਮੀਟਿੰਗ 'ਚ ਕਿਹਾ ਗਾ, ਹਰਮੀਤ ਕਾਦੀਆਂ ਨੇ ਉਹਨਾਂ ਮੀਟਿੰਗਾਂ 'ਚ ਕਿਹਾ ਗਾ ਕਿ ਤੁਹਾਡੇ ਮਾਡਲ ਕਿੱਧਰ ਗਏ? ਬਿਹਾਰ ਵਾਲੇ, ਜਿੱਥੇ ਤੁਸੀਂ ਸਾਰਾ ਖਤਮ ਕੀਤਾ ਸੀ। ਜਿੱਥੇ ਜਿੱਥੇ ਤੁਸੀਂ ਮੰਡੀਕਰਨ ਖਤਮ ਕੀਤਾ, ਉੱਥੇ ਕਿੰਨਾ ਵੱਡਾ ਨੁਕਸਾਨ ਹੋਇਆ। ਆਰਗੂਮੈਂਟ ਦਿੰਦੇ ਰਹੇ ਨੇ, ਉਹਦਾ ਕੋਈ ਜਵਾਬ ਨਹੀਂ। ਇਹਨਾਂ ਦੇ ਅਫਸਰਾਂ ਕੋਲੇ, ਇਹਨਾਂ ਦੇ ਮੰਤਰੀਆਂ ਕੋਲੇ, ਕਿਸਾਨ ਲੀਡਰਾਂ ਦੇ ਆਰਗੂਮੈਂਟ ਦਾ ਕੋਈ ਜਵਾਬ ਨਹੀਂ ਸੀ। ਇਸ ਕਰਕੇ ਸੱਚ ਉਹਨਾਂ ਨੂੰ ਵੀ ਪਤਾ, ਜੇ ਇਹੋ ਜਿਹਾ ਸਟੈਪ ਚੁੱਕਣਗੇ, ਮੈਂ ਜਿਹੜੀ ਗੱਲ ਕਹਿਣਾ, ਉਹ ਦਰਵੇਸ਼ ਲੋਕ ਨੇ ਵਿਚਾਰੇ, ਯੋਧੇ ਵੀ ਨੇ ਅਤੇ ਦਰਵੇਸ਼ ਵੀ ਨੇ। ਜੋ ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ ਸੀ, ਸੰਤ ਵੀ ਅਤੇ ਸਿਪਾਹੀ ਵੀ ਨੇ। ਉਹ ਸੰਤ ਵੀ ਨੇ ਸਾਰੇ, ਪਰ ਸਿਪਾਹੀ ਵੀ ਨੇ। ਉਹ ਯੋਧੇ ਵੀ ਨੇ ਅਤੇ ਦਰਵੇਸ਼ ਵੀ ਨੇ। ਜਦੋਂ ਬੈਠੇ ਨੇ ਦਰਵੇਸ਼ ਨੇ, ਜਦੋਂ ਉਹਨਾਂ ਨੂੰ ਫਿਰ ਧੱਕਾ ਕਰਨਗੇ ਤਾਂ ਉਹ ਵੀ ਲੜਨਾ ਜਾਣਦੇ ਨੇ। ਇਸ ਸਿਚੁਏਸ਼ਨ ਬਣਨੀ ਨਹੀਂ ਚਾਹੀਦੀ। ਇਸੇ ਮੁਲਕ ਦੇ ਅਸੀਂ ਵਾਰ-ਵਾਰ ਕਹਿੰਦੇ ਹਾਂ, ਤੁਹਾਡੇ ਬਸ਼ਿੰਦੇ ਨੇ, ਤੁਹਾਨੂੰ ਪਿਆਰ ਕਰਨ ਵਾਲੇ, ਇਸ ਦੇਸ਼ ਦੇ ਲਈ ਬਹੁਤ ਕੰਟਰੀਬਿਊਟ ਕੀਤਾ। ਐਗਰੀਕਲਚਰ ਦੇ ਲਈ ਗ੍ਰੀਨ ਰੈਵੋਲੂਸ਼ਨ ਤੋਂ ਲੈ ਕੇ ਕੀ ਨਹੀਂ ਕੀਤਾ ਪੰਜਾਬ ਨੇ। ਤੁਸੀਂ ਉਹੀ ਗੱਲ ਮੰਨ ਲਓ ਕਿ ਯਾਰ ਇਹ ਬੰਦਿਆਂ ਨੇ ਇੰਨਾ ਕੰਟਰੀਬਿਊਟ ਕੀਤਾ, ਔਰ ਕਿਹੜੀ ਜੰਗ 'ਚ ਕੰਟਰੀਬਿਊਟ ਨਹੀਂ ਕੀਤਾ। ਸਭ ਤੋਂ ਵੱਧ ਕਿਸੇ ਜੰਗ ਦੇ ਅੰਦਰ, ਕਿਸੇ ਗੱਲ ਦੇ ਲਈ, ਮੁਲਕ ਦੇ ਲਈ ਲੜਨ ਵਾਲੇ, ਖੜਨ ਵਾਲੇ, ਨੂੰ ਪਿਆਰ ਕਰਨ ਵਾਲੇ ਲੋਕ ਨੇ। ਇਸ ਕਰਕੇ ਬੀਜੇਪੀ ਇਹ ਗੱਲਾਂ ਤੋਂ ਬਾਜ਼ ਆਵੇ, ਅਤੇ ਬੀਜੇਪੀ ਦੀ ਲੀਡਰਸ਼ਿਪ ਨੂੰ ਚਾਹੀਦਾ ਗੋਲੀਆਂ ਵਾਲੀਆਂ ਗੱਲਾਂ ਛੱਡੋ। ਇਹ ਗੱਲਾਂ ਛੱਡੋ। ਧਰਨਾ ਫੇਲ ਹੋ ਗਿਆ, ਧਰਨਾ ਖਤਮ ਹੋ ਗਿਆ। ਧਰਨਾ ਚੜ੍ਹਦੀ ਕਲਾ 'ਚ ਆਉਣ ਵਾਲੇ ਦਿਨਾਂ 'ਚ ਹੋਰ ਚੜ੍ਹਦੀ ਕਲਾ 'ਚ ਹੋਏਗਾ। ਇਹਨਾਂ ਨੂੰ ਇਹ ਗੱਲਾਂ ਤੋਂ ਬਾਜ਼ ਆਉਣਾ ਚਾਹੀਦਾ। ਔਰ ਲੋਕਾਂ ਨੂੰ ਵੀ, ਜਿਹੜੇ ਟਵੀਟੀ ਹੋਏ ਰਹਿੰਦੇ ਨੇ ਜਾਂ ਫੇਸਬੁੱਕ 'ਤੇ, ਜਾਂ ਜਦੋਂ ਆ ਘੇਰਦੇ ਹੋ, ਦੇਖੋ ਡੈਮੋਕ੍ਰੇਸੀ 'ਚ ਉਹਨਾਂ ਨੂੰ ਘੇਰਨਾ ਹੈਗਾ, ਇਹ ਤੁਹਾਡਾ ਹੱਕ ਆ। ਇਹ ਲੋਕਤੰਤਰ ਤੁਹਾਨੂੰ ਹੱਕ ਦਿੰਦਾ। ਸ਼ਾਂਤਮਈ ਪ੍ਰੋਟੈਸਟ ਕਰੋ, ਨਾਅਰੇਬਾਜ਼ੀ ਕਰ ਦਿਓ, ਉਦੋਂ ਅੱਗੇ ਚੀਜ਼ਾਂ ਨਾ ਕਰੋ। ਕੋਈ ਵੀ ਮਿਸ ਹੈਪਨਿੰਗ ਹੋਏਗੀ, ਕੋਈ ਘਟਨਾ ਹੋਗੀ, ਉਹਦਾ ਜਵਾਬ ਉਹ ਮੋਰਚੇ ਨੂੰ ਦੇਣਾ ਪਏਗਾ, ਉਹਦਾ ਜਵਾਬ ਉਹ ਅੰਦੋਲਨ ਨੂੰ ਦੇਣਾ ਪਏਗਾ, ਉਹ ਲੀਡਰਸ਼ਿਪ ਨੂੰ ਦੇਣਾ ਪਏਗਾ। ਜ਼ਿੰਮੇਵਾਰ ਸੰਘਰਸ਼ਸ਼ੀਲ ਬਣੋ, ਯਾਨੀ ਸੰਘਰਸ਼ ਕਰੋ ਪਰ ਜ਼ਿੰਮੇਵਾਰੀ ਨਾਲ ਕਰੋ। ਅੰਦੋਲਨ ਕਰੋ, ਜ਼ਿੰਮੇਵਾਰੀ ਨਾਲ ਕਰੋ। ਮੋਦੀ ਨੇ ਕਿਹਾ ਸੀ ਨਾ, ਅੰਦੋਲਨ ਜੀਵੀ ਨੇ। ਜ਼ਿੰਮੇਵਾਰ ਅੰਦੋਲਨ ਜੀਵੀ ਬਣੋ। ਅੰਦੋਲਨ ਜੀਵੀ ਹੋਣਾ ਕੋਈ ਮਾੜੀ ਗੱਲ ਨਹੀਂ ਗਾ। ਇਸ ਦੇਸ਼ ਨੂੰ ਅੰਦੋਲਨ ਨੇ ਨਹੀਂ ਬਣਾਇਆ ਗਾ। ਜਿਹਦੀ ਇਹ ਸਭ ਤੋਂ ਵੱਧ ਪੂਜਾ ਕਰਦੇ ਨੇ, ਮਹਾਤਮਾ ਗਾਂਧੀ ਦੀ,
ਬੀਜੇਪੀ ਵੀ ਕਰਦੀ ਹੈ। ਕੌਣ ਸੀ ਉਹ? ਅੰਦੋਲਨਜੀਵੀ ਸੀ। ਮਹਾਤਮਾ ਗਾਂਧੀ ਤੋਂ ਵੱਡਾ ਅੰਦੋਲਨਜੀਵੀ ਕੌਣ ਸੀ? ਭਗਤ ਸਿੰਘ ਦੀ ਵੀ ਪੂਜਾ ਕਰਦੇ ਨੇ, ਮਹਾਤਮਾ ਗਾਂਧੀ ਦੀ ਕਰਦੇ ਨੇ, ਡਾਕਟਰ ਅੰਬੇਦਕਰ ਦੀ ਕਰਦੇ ਨੇ, ਪ੍ਰਧਾਨ ਮੰਤਰੀ ਮੋਦੀ ਵਾਰ-ਵਾਰ ਜ਼ਿਕਰ ਕਰਦੇ ਨੇ ਉਹਨਾਂ ਦਾ, ਡਾਕਟਰ ਅੰਬੇਦਕਰ ਦਾ ਵੀ ਕਰਦੇ ਨੇ। ਕੌਣ ਸੀਗੇ ਉਹ? ਅੰਦੋਲਨਜੀਵੀ ਸੀਗੇ ਉਹ, ਪਰ ਜ਼ਿੰਮੇਵਾਰੀ ਨਾਲ ਅੰਦੋਲਨ ਕੀਤੇ ਉਹਨਾਂ ਨੇ। ਇਸ ਕਰਕੇ ਜ਼ਿੰਮੇਵਾਰੀ ਨਾਲ ਅੰਦੋਲਨ ਕਰਨ ਦੀ ਲੋੜ ਹੈ। ਗੈਰ ਜ਼ਿੰਮੇਵਾਰ ਅੰਦੋਲਨਕਾਰੀ ਨਹੀਂ ਬਣਨਾ ਚਾਹੀਦਾ। ਗੈਰ ਜ਼ਿੰਮੇਵਾਰ ਅੰਦੋਲਨਕਾਰੀ ਬਣੋਗੇ ਤਾਂ ਨੁਕਸਾਨ ਕਿਸਾਨ ਅੰਦੋਲਨ ਨੂੰ ਹੋਏਗਾ। ਅੰਦੋਲਨ ਕਰੋ, ਸੰਘਰਸ਼ ਕਰੋ, ਪ੍ਰੋਟੈਸਟ ਕਰੋ, ਪਰ ਸਰਕਾਰ ਨੂੰ ਇਹ ਚਾਹੀਦਾ, ਸਰਕਾਰ ਇਹ ਸਮਝ ਲੇ, ਸਰਕਾਰ ਇਹ ਕੰਨ ਖੋਲ੍ਹ ਕੇ ਸੁਣ ਲੇ, ਤੁਹਾਡੇ ਮੁਲਕ ਦੇ ਲੋਕ ਨੇ, ਇੱਧਰ ਨੂੰ ਨਾ ਜਾਓ, ਸਹੀ ਤਰੀਕੇ ਵੱਲ ਟੇਬਲ ਤੇ ਬਿਠਾਓ, ਕੋਈ ਹੱਲ ਕੱਢੋ। ਉਹ ਕਿਸਾਨ ਲੀਡਰਾਂ ਤੇ ਸਰਕਾਰ ਨੇ ਦੇਖਣਾ, ਉਹ ਸਾਡਾ ਕੰਮ ਨਹੀਂ ਆ। ਸਾਡਾ ਕੰਮ ਤਾਂ ਸਰਕਾਰ ਤੱਕ ਉਹ ਫੀਡਬੈਕ ਲੈ ਕੇ ਆਉਣਾ ਜੋ ਰੀਅਲ ਹੈਗਾ। ਕਿ ਜੇ ਤੁਸੀਂ ਕਹੋ ਕਿ ਨਹੀਂ ਹੈ, ਸਰਕਾਰ ਨੂੰ ਸਭ ਪਤਾ ਹੈਗਾ, ਸਾਨੂੰ ਪਤਾ, ਸਰਕਾਰ ਨੂੰ ਸਭ ਪਤਾ ਕਿ ਇਹ ਸੱਚੇ ਲੋਕ ਨੇ, ਇਮਾਨਦਾਰ ਲੋਕ ਨੇ, ਦਰਵੇਸ਼ ਨੇ, ਦਿਲੋਂ ਬੈਠੇ ਨੇ। ਇਹ ਕੋਈ ਫਰਕ ਨਹੀਂ ਪੈਂਦਾ ਇਹਨਾਂ ਨੂੰ, ਚਾਹੇ 12 ਸਾਲ ਹੋ ਜਾਣ, 7 ਸਾਲ ਹੋ ਜਾਣ। ਇਸ ਕਰਕੇ ਸਰਕਾਰ ਨੂੰ ਚਾਹੀਦਾ ਮਸਲੇ ਦਾ ਹੱਲ ਕੱਢੇ, ਸਾਡਾ ਮੁਲਕ ਵੀ ਤਰੱਕੀ ਕਰੇ, ਸਾਡਾ ਪੰਜਾਬ ਵੀ ਤਰੱਕੀ ਕਰੇ, ਅਸੀਂ ਵੀ ਸ਼ਾਂਤਮਈ ਤਰੀਕੇ ਨਾਲ, ਪਿਆਰ ਭਾਈਚਾਰੇ ਨਾਲ ਰਹੀਏ ਸਾਰੇ। ਸੋ ਸਰਕਾਰ ਦਾ ਫਰਜ਼ ਬਣਦਾ ਕਿ ਕਿਸਾਨਾਂ ਦੀ ਗੱਲ ਸੁਣੇ, ਇਸ ਮਸਲੇ ਦਾ ਕੋਈ ਹੱਲ ਕਰੇ ਤਾਂ ਜੋ ਇਹ ਮੁਲਕ ਹੋਰ ਜ਼ਿਆਦਾ ਬਿਹਤਰੀ ਵੱਲ ਜਾਵੇ।